ਹੁਣ ਟਰੱਕ ਚਲਾਉਣਾ ਸਿੱਖ ਕੇ ਕਰੋ ਕਮਾਈਆਂ। 2020 CDL ਡਰਾਈਵਿੰਗ ਸਕੂਲ ਫਰੈਡਰਿਕਸਬਰਗ ਵਰਜੀਨੀਆ ਵਿਖੇ, ਜਿੱਥੇ CDL ਕਲਾਸ A, B ਤੇ P ਦੀ ਟ੍ਰੇਨਿੰਗ, ਕਾਰਸ, ਬੱਸਿਸ, ਬਾਕਸ ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਵੀ ਚਲਾਉਣੇ ਸਿਖਾਏ ਜਾਂਦੇ ਨੇ। ਇੱਥੇ ਨਾ ਸਿਰਫ ਪੰਜਾਬੀ, ਹਿੰਦੀ, ਅੰਗਰੇਜ਼ੀ, ਉਰਦੂ ਤੇ ਸਪੈਨਿਸ਼ ਵਿੱਚ ਗੱਲਬਾਤ ਕਰਨ ਦੀ ਸਹੂਲਤ ਹੈ, ਸਗੋਂ ਰਿਹਾਇਸ਼ ਦਾ ਵੀ ਪ੍ਰਬੰਧ ਹੈ। ਅੱਜ ਹੀ ਸੰਪਰਕ ਕਰੋ ਸਨੀ ਨੂੰ 540 656 0985 ਤੇ। ਸ਼ਮਾਦਾਨ ਰੇਡੀਓ ਪੰਜਾਬ ਟੁਡੇ ਸੁਣਨ ਵਾਲੇ ਤਮਾਮ ਸਰੋਤਿਆਂ ਨੂੰ ਮੇਰੇ ਵੱਲੋਂ ਤੇ ਸਰਦਾਰ ਬਖਤੌਰ ਸਿੰਘ ਢਿੱਲੋਂ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਖੁਸ਼ਾਮਦੀਦ। ਅੱਜ ਤਰੀਕ ਹੈ ਜੀ 13 ਜਨਵਰੀ, ਲੋਹੜੀ ਦਾ ਦਿਹਾੜਾ ਹੈ ਤੇ ਸਮਾਂ ਜੀ ਸ਼ਾਮ ਦੇ 6:30 ਦਾ। ਤੇ ਤੁਸੀਂ ਇਸ ਵਕਤ ਸਾਡੇ ਨਾਲ ਬਠਿੰਡਾ ਸਟੂਡੀਓ ਤੋਂ ਲਾਈਵ ਜੁੜੇ ਹੋਏ ਹੋ ਤੇ ਪ੍ਰੋਗਰਾਮ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੁਹਾਡੇ ਤੱਕ ਪਹੁੰਚਾਉਂਦੇ ਨੇ ਜੀ ਪਿੰਡ ਭੈਣੀ ਵੜਿੰਗਾ, ਜ਼ਿਲ੍ਹਾ ਲੁਧਿਆਣਾ ਦੇ ਸਾਡੇ ਲਿਸਨਰਸ ਤੇ ਜਗਜੀਤ ਸਿੰਘ ਲੰਡਨ। ਇਸ ਤੋਂ ਇਲਾਵਾ ਪ੍ਰੋਗਰਾਮ ਦੇ ਸਪਾਂਸਰ ਨੇ ਸਰਦਾਰ ਬਲਬੀਰ ਸਿੰਘ ਉਸਮਾਨਪੁਰ, ਤੇ ਨਾਲ ਦੀ ਨਾਲ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਦੇ ਨੇ ਹਰਜਾਪ ਸਿੰਘ ਲੋਸਟ ਹਿੱਲ ਤੋਂ ਤੇ ਭਰਪੂਰ ਸਿੰਘ ਬੇਕਸਫੀਲਡ ਤੋਂ। ਵਾਸ਼ਿੰਗਟਨ ਫਰੇਟ ਸਰਵਿਸ ਸ਼ੈਟਲ ਏਰੀਆ ਦੇ ਵਿੱਚ ਲੋਕਲ ਏਰੀਆ ਜੋਬ ਦੇ ਲਈ ਹਾਇਰਿੰਗ ਕਰ ਰਹੇ ਨੇ ਜੀ ਓਨਰ, ਆਪਰੇਟਰ ਤੇ ਡਰਾਈਵਰਾਂ ਦੀ। ਤੁਸੀਂ ਪਰਿਵਾਰ ਨਾਲ ਵੱਧ ਸਮਾਂ ਬਤੀਤ ਕਰਨਾ ਚਾਹੁੰਦੇ ਹੋ ਤਾਂ ਗੁਰਵਿੰਦਰ ਧਾਲੀਵਾਲ ਹੋਰਾਂ ਨਾਲ 2063544060 ਤੇ ਜਗਦੇਵ ਸੰਧੂ ਹੋਰਾਂ ਨਾਲ 253 266 6924 2532666924 ਤੇ। ਵਰਜੀਨੀਆ ਦਾ ਸ਼ਹਿਰ ਫਰੈਡਰਿਕਸਬਰਗ 'ਚ ਹੈ ਜੀ 2020 CDL ਡਰਾਈਵਿੰਗ ਸਕੂਲ, ਜਿੱਥੇ ਤੁਸੀਂ CDL ਕਲਾਸ A, B and P ਦੀ ਟ੍ਰੇਨਿੰਗ ਤੋਂ ਇਲਾਵਾ ਕਾਰ, ਬੱਸ, ਟਰੱਕ, ਕਮਰਸ਼ੀਅਲ ਟਰੈਕਟਰ ਟ੍ਰੇਲਰ ਦੀ ਡਰਾਈਵਿੰਗ ਸਿੱਖ ਸਕਦੇ ਹੋ। ਸਨੀ ਨਾਲ ਸੰਪਰਕ ਕਰੋ ਜੀ, ਫੋਨ ਨੰਬਰ ਹੈ 5406560985 ਦੇ ਉੱਤੇ। ਸਕੂਲ ਦੀ ਇਹ ਖਾਸੀਅਤ ਹੈ ਕਿ ਤੁਹਾਨੂੰ ਇਹ ਸਟੇ ਵੀ ਫਰੀ ਦਿੰਦੇ ਨੇ, ਪਿਕ ਐਂਡ ਡਰੋਪ ਦਿੰਦੇ ਨੇ, ਤੇ ਇਹਨਾਂ ਦੇ ਇੰਸਟਰਕਟਰ ਬੜੇ ਪੈਸ਼ਨੇਟ ਤੇ ਪ੍ਰੋਫੈਸ਼ਨਲ ਨੇ, ਜਿਹੜੇ ਮਲਟੀ ਲੈਂਗੁਏਜਿਸ ਜਿਵੇਂ ਫਰੈਂਚ, ਇੰਗਲਿਸ਼, ਸਪੈਨਿਸ਼ ਤੋਂ ਇਲਾਵਾ ਹਿੰਦੀ, ਪੰਜਾਬੀ, ਅਰੈਬਿਕ ਵਰਗੀਆਂ ਭਾਸ਼ਾਵਾਂ ਦੇ ਵਿੱਚ ਤੁਹਾਨੂੰ ਡਰਾਈਵਿੰਗ ਸਿਖਾਉਂਦੇ ਨੇ। ਸੋ ਕੁਛ ਹੋਰ ਵਪਾਰਕ ਸੁਨੇਹੇ ਤੇ ਫਿਰ ਸਰਦਾਰ ਬਖਤੌਰ ਸਿੰਘ ਢਿੱਲੋਂ ਹੋਰਾਂ ਦੇ ਨਾਲ ਆਪਾਂ ਅੱਗੇ ਗੱਲਬਾਤ ਵਧਾਵਾਂਗੇ। ਸੋ ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ। ਮੈਨੂੰ ਬਸ ਇੱਕ ਗੱਲ ਦੱਸ ਦੇ ਵੀ ਆ ਜਿਹੜੀ ਤੂੰ ਟਰੈਵਲਿੰਗ ਕਰਦਾ ਤੇ ਉਹਦੇ ਤੋਂ ਬਾਅਦ ਫਰੈਸ਼ ਰਹਿਣਾ, ਇਹਦਾ ਰਾਜ਼ ਕੀ ਹੈ? ਇਹਦਾ ਰਾਜ਼ ਹੈ ਅਰਲਿੰਗਟਨ ਫਿਊਲ ਸਟਾਪ। ਅਰਲਿੰਗਟਨ ਫਿਊਲ ਸਟਾਪ 1801 ਪਾਇਨੀਅਰ ਸਟਰੀਟ ਹਾਈਵੇ ਐਗਜ਼ਿਟ 208 ਤੇ, ਜਿੱਥੇ ਤੁਹਾਨੂੰ ਫ੍ਰੀ ਕਾਫੀ, ਫ੍ਰੀ ਫੈਕਸ ਸਰਵਿਸ, ਫ੍ਰੀ ਟਰੱਕ ਪਾਰਕਿੰਗ, ਰੋਟੀ, ਠੇਕਾ, ਲਾਂਡਰੀ, ਸ਼ਾਵਰ ਤੇ ਟਰੱਕਾਂ ਦਾ ਹੋਰ ਵੀ ਸਾਮਾਨ ਆਸਾਨੀ ਨਾਲ ਮਿਲੇਗਾ। ਹੁਣੇ ਕਾਲ ਕਰੋ 360 652 6066 ਯਾਨੀ 3606526066। ਇਹ ਦੋ ਲੋਕੇਸ਼ਨਾਂ ਤੋਂ ਸੇਵਾਵਾਂ ਪ੍ਰਦਾਨ ਕਰਦੇ ਨੇ। ਸੈਕਿੰਡ ਲੋਕੇਸ਼ਨ ਲੋਸਟ ਹਿਲ ਟਰੈਵਲ ਸੈਂਟਰ 14814 ਐਲੋਮ ਸਟਰੀਟ, ਲੋਸਟ ਹਿਲਸ। ਫੋਨ ਨੰਬਰ 661 797 2354। ਉਹ ਯਾਰ ਕੀ ਸੁਪਨੇ ਦੇਖੇ ਸੀ ਕੈਨੇਡਾ ਆਉਣ ਤੋਂ ਪਹਿਲਾਂ? ਉਹ ਸੁਪਨੇ ਪੂਰੇ ਕਰਨੇ ਆ ਤਾਂ ਡ੍ਰੀਮ ਲਾਈਨਰ ਐਕਸਪ੍ਰੈਸ ਵਾਲਿਆਂ ਨੂੰ ਕਾਲ ਕਰ। ਜੀ ਹਾਂ, ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ, ਜਿਨ੍ਹਾਂ ਨੂੰ ਸਾਫ਼ ਸੁਥਰੇ ਰਿਕਾਰਡ ਤੇ 2 ਸਾਲਾਂ ਤਜਰਬੇ ਵਾਲੇ ਡਰਾਈਵਰਸ ਦੀ ਲੋੜ ਹੈ। ਇਹਨਾਂ ਕੋਲ ਕੈਲਗਰੀ, ਅਲਬਰਟਾ ਤੋਂ ਕੈਲੀਫੋਰਨੀਆ ਤੇ ਐਰੀਜ਼ੋਨਾ ਦੇ ਸਿੱਧੇ ਰਨ। ਇਹਨਾਂ ਕੋਲ ਡਰਾਈ ਤੇ ਰੀਫਰ ਲੋਡ ਵੀ ਹੈ। ਹੋਮ ਰਿਟਰਨ ਵਿਦਿਨ 5 ਡੇਜ਼, ਬਾਈ ਵੀਕਲੀ ਤੇ ਚੰਗੀ ਤਨਖਾਹ ਦਿੰਦੇ ਆ। ਔਰ ਹਾਂ, ਸਿੰਗਲ ਤੇ ਟੀਮਸ ਦੋਨਾਂ ਨੂੰ ਹਾਇਰ ਕਰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ 403 404 9501 403 404 9501। ਡ੍ਰੀਮਲਾਈਨਰ ਐਕਸਪ੍ਰੈਸ ਕੰਪਨੀ, ਕੈਲਗਰੀ, ਅਲਬਰਟਾ, ਕੈਨੇਡਾ। ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ। ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰਮ ਹਾਈਵੇ 401 ਇਨ ਨਾਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰਮ ਹਾਈਵੇ 401 in Napanee. Quick Truck Lube, the one-stop shop. 519-622-0660 ਜਾਂ quicktrucklube.com. QTL, because we care. Quick Truck Lube। ਢਿੱਲੋਂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਢਿੱਲੋਂ ਸਾਹਿਬ, ਕਿਤੇ ਜਾਲੀ ਬਦਲੀਆਂ ਤੇ ਕਿਤੇ ਕੁਛ। ਪੰਜਾਬ ਸਰਕਾਰ ਦਾ ਵੀ ਬਾਬਾ ਆਦਮ ਨਿਰਾਲਾ ਹੀ ਆ ਜੀ। ਹੁਣ ਕੀ ਨਵਾਂ ਚੰਨ ਚਾੜਤਾ? ਦੇਖੋ, ਗੱਲ ਇੱਕ ਇਹ ਹੈ ਕਿ ਜਦੋਂ ਅਸੀਂ ਇਸੇ ਪਲੇਟਫਾਰਮ ਤੋਂ ਇਹ ਗੱਲ ਕਹੀ ਸੀ ਕਿ ਕੁਝ ਜਾਲੀ ਬਦਲੀਆਂ ਹੋਈਆਂ DSPs ਦੀਆਂ ਜੀ, ਉਹਦੇ ਤੇ ਜਿਹੜੇ ਦਸਤਖਤ ਹੈ ਉਹ ਜਿਹੜੇ ਰਹਿ ਚੁੱਕੇ ਸਾਡੇ DGP ਸਿਧਾਰਥ ਚਟੋਪਾਧਿਆਏ ਉਹਨਾਂ ਦੇ ਸੀ। ਔਰ ਸਿਧਾਰਥ ਚਟੋਪਾਧਿਆਏ ਨੇ
ਇਹ ਗੱਲ ਕਹੀ ਹੈ ਕਿ ਮੇਰੇ ਦਸਤਖਤ ਨਹੀਂ, ਇਹ ਜਾਲੀ ਦਸਤਖਤ ਹੈ। ਖਬਰ ਸਾਰੇ ਅਖਬਾਰਾਂ 'ਚ ਆ ਗਈ ਸੀ ਲਗਭਗ, ਤੇ ਸਾਰੇ ਟੀਵੀ ਚੈਨਲਾਂ ਤੇ ਚੱਲ ਗਈ ਸੀ ਜੀ, ਕਿਉਂਕਿ ਇਹ ਉਸ ਦਿਨ ਦੀ ਗੱਲ ਹੈ ਜਦੋਂ ਸਿਧਾਰਥ ਚਟੋਪਾਧਿਆਏ ਜੀ ਜਾ ਰਹੇ ਸੀ, ਕੋਰਟ ਲੱਗ ਰਿਹਾ ਸੀ, ਨਵਾਂ DGP ਦੀ ਨਿਯੁਕਤੀ ਹੋ ਗਈ ਸੀ, ਉਹਨੇ ਹਾਲੇ ਟੇਕ ਓਵਰ ਨਹੀਂ ਸੀ ਕੀਤਾ। ਉਸ ਵੇਲੇ ਇਹ ਆਰਡਰ ਜਿਹੜੇ ਆ ਉਹ ਜਾਰੀ ਦਿਖਾਏ ਗਏ ਸੀ ਕਿ ਹੋ ਗਏ ਹੈ। ਪਰ ਬਾਅਦ ਦੇ ਵਿੱਚ ਪੰਜਾਬ ਪੁਲਿਸ ਨੇ, ਤੁਸੀਂ ਦੱਸਿਆ ਸੀ ਕਿ ਉਹਨਾਂ ਨੇ ਇੱਕ ਟਵੀਟ ਕਰਕੇ ਕਹਿਤਾ ਕਿ ਨਹੀਂ, ਦਸਤਖਤ ਸਹੀ ਹੈ। ਇਹਦੇ ਨਾਲ ਮੈਂ ਇੱਕ ਗੱਲ ਹੋਰ ਕਹਿਣੀ ਚਾਹੂੰਗਾ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਕਦੇ ਵੀ ਕੋਈ ਅਕਾਲੀ ਲੀਡਰਾਂ ਦੇ ਉੱਤੇ ਮੁਸੀਬਤ ਪੈਣ ਦੀ ਸੂਹ ਆਉਂਦੀ ਸੀ, ਅਖਬਾਰਾਂ 'ਚ ਖਬਰ ਮਗਰੋਂ ਲੱਗਦੀ ਸੀ ਕਿ ਫਲਾਣੇ ਬੰਦੇ ਨੂੰ ਕਾਬੂ ਕੀਤਾ ਜਾ ਸਕਦਾ, ਉਹਦੇ ਖਿਲਾਫ ਕੇਸ ਰਜਿਸਟਰ ਹੋ ਸਕਦਾ ਹੈ। ਉਹ ਤੋਂ ਪਹਿਲਾਂ ਹੀ ਅਕਾਲੀ ਦਲ ਵਾਲੇ ਇੱਕ ਪ੍ਰੈਸ ਕਾਨਫਰੰਸ ਕਰ ਦਿੰਦੇ ਸੀ। ਪਹਿਲੀ ਪ੍ਰੈਸ ਕਾਨਫਰੰਸ ਤੁਹਾਡੇ ਯਾਦ ਹੋਣਾ ਸੀਨੀਅਰ ਅਕਾਲੀ ਲੀਡਰਾਂ ਨੇ ਕੀਤੀ ਸੀ ਜੀ, ਕਿ ਪੰਜਾਬ ਰਾਜ ਭਵਨ ਦਾ ਜਿਹੜਾ ਗੈਸਟ ਹਾਊਸ ਹੈ, ਉਸ ਗੈਸਟ ਹਾਊਸ ਦੇ ਵਿੱਚ ਇੱਕ ਮੀਟਿੰਗ ਹੋਈ ਹੈ ਜੀ, ਸੀਨੀਅਰ ਅਫਸਰਾਂ ਦੀ, ਡਿਪਟੀ ਮੁੱਖ ਮੰਤਰੀ ਦੀ, ਮੁੱਖ ਮੰਤਰੀ ਦੀ, ਔਰ ਉਹਦੇ ਵਿੱਚ ਇਹਨਾਂ ਨੇ ਜੁਗਤ ਬਣਾਈ ਹੈ, ਯੋਜਨਾ ਬਣਾਈ ਹੈ ਕਿ ਸੁਖਬੀਰ ਸਿੰਘ ਬਾਦਲ ਨੂੰ ਟੰਗਿਆ ਜਾਵੇ। ਸੁਖਬੀਰ ਸਿੰਘ ਬਾਦਲ ਨੂੰ ਬੇਅਦਬੀ ਵਾਲੇ ਮਾਮਲੇ 'ਚ ਕਿਸੇ ਨਾ ਕਿਸੇ ਤਰੀਕੇ ਉਲਝਾਇਆ ਜਾਵੇ ਤਾਂ ਕਿ ਚੋਣਾਂ ਦੇ ਵਿੱਚ ਉਹਦਾ ਲਾਹਾ ਖੱਟਿਆ ਜਾ ਸਕੇ ਜੀ। ਇਹਦੇ 'ਚ ਅਸੀਂ ਨਹੀਂ ਕਹਿੰਦੇ ਵੀ ਸੁਖਬੀਰ ਸਿੰਘ ਬਾਦਲ ਬਿਲਕੁਲ ਦੁੱਧ ਧੋਤਾ, ਉਹਦਾ ਕੋਈ ਕਸੂਰ ਨਹੀਂ, ਉਹਨਾਂ ਦੀ ਸਰਕਾਰ ਸੀ ਉਸ ਵੇਲੇ ਜਦੋਂ ਬੇਅਦਬੀ ਦੀਆਂ ਘਟਨਾਵਾਂ ਹੋਈਆਂ ਸੀ, ਔਰ ਜੇ ਉਦੋਂ ਦੋਸ਼ੀ ਗ੍ਰਿਫਤਾਰ ਨਹੀਂ ਹੋਏ ਤਾਂ ਸਰਕਾਰ ਜ਼ਿੰਮੇਵਾਰ ਹੈ, ਤੇ ਸਰਕਾਰ ਦਾ ਗ੍ਰਹਿ ਮੰਤਰੀ ਖਾਸ ਤੌਰ ਤੇ ਜ਼ਿੰਮੇਵਾਰ ਹੁੰਦਾ ਜੀ ਜੀ। ਔਰ ਸੁਖਬੀਰ ਸਿੰਘ ਬਾਦਲ ਨੇ ਹੀ ਗ੍ਰਹਿ ਮੰਤਰੀ ਹੁੰਦਿਆਂ ਰੁਪਿੰਦਰ ਸਿੰਘ ਤੇ ਜਸਵਿੰਦਰ ਸਿੰਘ, ਦੋ ਭਰਾ ਜਿਹੜੇ, ਉਹਨਾਂ ਬਾਰੇ ਕਹਿ ਦਿੱਤਾ ਸੀਗਾ ਜੀ ਕਿ ਅਸਲ ਦੇ ਵਿੱਚ ਦੋਸ਼ੀ ਹੈ, ਜਿਨ੍ਹਾਂ ਨੂੰ ਬਾਅਦ ਦੇ ਵਿੱਚ ਪੁਲਿਸ ਨੇ ਆਪ ਕਿਹਾ ਸੀ ਕਿ ਇਹ ਬੰਦੇ ਬੇਗੁਨਾਹ ਹੈ ਜੀ। ਔਰ ਉਸੇ ਗੱਲ ਕਰਕੇ ਸਹੋਤਾ ਸਾਹਿਬ ਨੂੰ ਵੀ ਟਾਰਗੇਟ ਕੀਤਾ ਗਿਆ ਸੀ ਕਿ ਸਹੋਤਾ ਸਾਹਿਬ ਨੂੰ ਤੁਸੀਂ DGP ਕਿਉਂ ਲਾਇਆ, ਐਕਟਿੰਗ DGP, ਜਿਹੜਾ ਬੰਦਾ ਉਸ ਵੇਲੇ ਕਲੀਨ ਚਿੱਟਾਂ ਦਿੰਦਾ ਫਿਰਦਾ ਸੀ। ਸੋ ਉਦੋਂ ਇਹ ਗੱਲ ਆ ਰਹੀ ਸੀ ਕਿ ਇਹਨਾਂ ਨੂੰ ਪਤਾ ਕਿਵੇਂ ਲੱਗ ਜਾਂਦਾ ਪੁਲਿਸ ਦੇ ਵਿੱਚ ਇਹਨਾਂ ਦੇ ਸੋਰਸਿਸ ਹੋਣਗੇ, ਤੇ ਆਪਾਂ ਕਹਿੰਦੇ ਸੀ ਸੋਰਸਿਸ ਤਾਂ CM ਹਾਊਸ ਦੇ ਵਿੱਚ ਵੀ ਹੋਣਗੇ, ਬੈਠੇ ਹੈ, ਆਪਣੇ ਕੋਲ ਤਾਂ ਸਬੂਤ ਹੈਗੇ, ਜੇ ਚਾਹੁੰਦੇ ਚੰਨੀ ਸਾਹਿਬ ਤਾਂ ਬੁਲਾ ਲੈਣਾ, ਆਪਾਂ ਨੂੰ ਦੱਸ ਦਿਆਂਗੇ ਉਹਨਾਂ ਨੂੰ ਵੀ ਕੌਣ ਕੌਣ ਹੈ। ਇਹ ਤਾਂ ਕੋਈ ਗੱਲ ਨਹੀਂ, ਹੁਣ ਤਾਂ ਬਹੁਤ ਕੁਛ ਨਿਕਲ ਗਿਆ, ਹੱਥੋਂ ਕੋਡ ਲੱਗ ਗਿਆ, ਸਰਕਾਰ ਤਾਂ ਇਸ ਵੇਲੇ ਕੰਮ ਚਲਾਊ ਹੈ। ਇਹ ਓਰੀਜਨ ਹੁਣ ਉਹ ਸਰਕਾਰ ਤਾਂ ਹੈ ਨਹੀਂ, ਤਾਕਤਵਰ ਸਰਕਾਰ ਤਾਂ ਹੈ ਨਹੀਂ, ਸਰਕਾਰ ਦੇ ਦੰਦ ਤਾਂ ਨਿਕਲ ਚੁੱਕੇ। ਇਲੈਕਸ਼ਨ ਕਮਿਸ਼ਨ ਦੇ ਆਉਣ ਦੇ ਨਾਲ ਹੀ ਸਰਕਾਰ ਇੱਕ ਕਾਗਜ਼ੀ ਸਰਕਾਰ ਬਣ ਕੇ ਰਹਿ ਜਾਂਦੀ ਹੈ ਜੀ। ਪਰ ਫਿਰ ਇੱਕ ਹੋਰ ਖਬਰ ਆ ਗਈ ਸੀ ਜੀ, ਬਿਕਰਮ ਸਿੰਘ ਮਜੀਠੀਆ ਨੂੰ ਕਹਿੰਦੇ ਉਹਦੇ ਖਿਲਾਫ ਇੱਕ ਕੇਸ ਰਜਿਸਟਰ ਹੋ ਰਿਹਾ, ਜਾਂ ਪੁਰਾਣੇ ਕੇਸ 'ਚ ਉਹਦੀ ਗ੍ਰਿਫਤਾਰੀ ਹੋ ਸਕਦੀ ਹੈ ਜੀ। ਉਦੋਂ ਵੀ ਅਕਾਲੀ ਲੀਡਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ। ਇਹ ਸਾਰਾ ਕੁਝ ਹੋ ਕਿਉਂ ਰਿਹਾ ਜੀ? ਇਹ ਇਸ ਕਰਕੇ ਹੋ ਰਿਹਾ ਸੀ ਕਿ ਪੰਜਾਬ ਸਰਕਾਰ ਦਾ ਜਿਹੜਾ ਬਾਬਾ ਆਦਮਾ ਉਹ ਨਿਰਾਲਾ ਹੈ ਜੀ, ਆਪਾ ਧਾਪੀ ਪਈ ਹੋਈ ਹੈ। ਜਿੱਦਣ ਦਾ ਚੀਫ ਮਿਨਿਸਟਰ ਨੂੰ ਬਦਲ ਕੇ ਕੈਪਟਨ ਅਮਰਿੰਦਰ ਸਿੰਘ ਨੂੰ ਚੰਨੀ ਸਾਹਿਬ ਨੂੰ ਲਾਇਆ ਹੈ, ਉਸ ਦਿਨ ਦਾ ਪਾਵਰਾਂ ਦਾ ਵਿਕੇਂਦਰੀਕਰਨ ਨਹੀਂ ਹੋਇਆ, ਸਗੋਂ ਪਾਵਰਾਂ ਦੇ ਕਈ ਸੈਂਟਰ ਬਣ ਗਏ ਜੀ। ਤਾਕਤਾਂ ਦਾ ਵਿਕੇਂਦਰੀਕਰਨ ਹੋਣਾ ਬਹੁਤ ਜ਼ਰੂਰੀ ਹੈ। ਫੈਡਰਲ ਢਾਂਚੇ ਦੇ ਵਿੱਚ, ਡੈਮੋਕ੍ਰੈਟਿਕ ਢਾਂਚੇ ਦੇ ਵਿੱਚ ਕਿਸੇ ਇੱਕ ਬੰਦੇ ਕੋਲੇ ਪਾਵਰ ਨਹੀਂ ਰਹਿਣੀ ਚਾਹੀਦੀ, ਉਹ ਪਾਵਰ ਵੰਡੀ ਹੋਣੀ ਚਾਹੀਦੀ ਹੈ। ਪਰ ਇਹ ਵੀ ਮਤਲਬ ਨਹੀਂ ਕਿ ਇੱਕ ਮੁੱਖ ਮੰਤਰੀ ਦਾ ਅਹੁਦਾ ਤੇ ਮੁੱਖ ਮੰਤਰੀ ਪੰਜ ਫਿਰਨ, ਕਿ ਕਦੇ ਕਿਸੇ ਦਾ ਹੁਕਮ ਚੱਲਦਾ ਜੀ, ਕਦੇ ਕਿਸੇ ਦਾ ਹੁਕਮ ਚੱਲਦਾ ਜੀ। ਸਰਦਾਰ ਨਵਜੋਤ ਸਿੰਘ ਸਿੱਧੂ ਨੇ ਪਿਛਲੇ ਦਿਨਾਂ 'ਚ ਕਿਹਾ ਸੀ ਕਿ ਮੈਨੂੰ ਗਿਲਾ ਇਸ ਗੱਲ ਦਾ ਹੈ ਕਿ ਜਦੋਂ ਡਾਕਟਰ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹੁੰਦੇ ਸੀ ਜੀ, ਉਹ ਸੋਨੀਆ ਗਾਂਧੀ ਤੋਂ ਹਦਾਇਤ ਲੈ ਕੇ ਹਰ ਫੈਸਲਾ ਲੈਂਦੇ ਸੀ। ਪਹਿਲਾਂ ਸੋਨੀਆ ਗਾਂਧੀ ਨਾਲ ਗੱਲ ਕਰ ਦਿੰਦੇ ਸੀ। ਇਹ ਇਲਜ਼ਾਮ BJP ਵਾਲੇ ਲਾਉਂਦੇ ਰਹੇ ਕਿ ਜਿਹੜਾ ਹੈ ਕਠਪੁਤਲੀ ਪ੍ਰਧਾਨ ਮੰਤਰੀ ਹੈ। ਨਵਜੋਤ ਸਿੰਘ ਸਿੱਧੂ ਨੇ ਸਾਬਤ ਕਰ ਦਿੱਤਾ ਕਿ ਵਾਕਈ ਉਹ ਪ੍ਰਧਾਨ ਮੰਤਰੀ ਜੀ ਦੀ ਦੁਨੀਆ ਕਦਰ ਕਰਦੀ ਹੈ, ਉਹਨੂੰ ਨੇ ਕਠਪੁਤਲੀ ਬਣਾਤਾ। ਉਹਨੇ ਕਿਹਾ ਕਿ ਉਹ ਸੋਨੀਆ ਗਾਂਧੀ ਤੋਂ ਹਦਾਇਤਾਂ ਲੈਂਦੇ ਸੀ, ਫਿਰ ਅੱਗੇ ਸਟੈਪ ਚੱਕਦੇ ਸੀ। ਕਹਿੰਦੇ ਵੀ ਇਹ ਮੋਦੀ ਆਪਣੇ ਚੰਨੀ ਸਾਹਿਬ ਤਾਂ ਮੈਥੋਂ ਪੁੱਛਦੇ ਹੀ ਨਹੀਂ ਜੀ, ਮੇਰਾ ਹੁਕਮ ਨਹੀਂ ਚੱਲਦਾ। ਸੁਖੀ ਰੰਧਾਵਾ ਸਾਹਿਬ ਜਿਹੜੇ ਹੈਗੇ ਆ, ਉਹ ਤਾਂ ਮੁੱਖ ਮੰਤਰੀ ਬਣਦੇ ਵਿਚਾਰੇ ਮਤਲਬ ਜਿਹੜੇ ਹੈਗੇ ਸਹੁੰ ਚੁੱਕਣ ਵਾਸਤੇ ਜਿਹੜੇ ਸਮਾਂ ਮੰਗਦੇ ਸੀਗੇ, ਤੇ ਉਹ ਵੀ ਰਹਿ ਗਏ। ਉਹ ਵੀ ਕਹਿੰਦੇ ਮੈਂ ਕਿਸੇ ਨਾਲੋਂ ਘੱਟ ਨਹੀਂ। ਜਾਖੜ ਸਾਹਿਬ ਦਾ ਗੁਣਾ ਪੈ ਗਿਆ ਸੀ, ਆਪਾਂ ਗੱਲ ਕੱਲ ਵੀ ਵਿਸਥਾਰ ਨਾਲ ਕੀਤੀ ਸੀ। ਉਹ ਵੀ ਸੀ। ਹੁਣ ਜਿੰਨੇ ਲੀਡਰ ਹੈ ਉਹਨੇ ਸੈਂਟਰ ਹੈ ਪਾਵਰ। ਬਿਲਕੁਲ। ਜਦੋਂ ਪਾਵਰ ਦੇ ਸੈਂਟਰ ਹੋਣ, ਅੰਨੀ ਪੀਂਦੀ ਹੈ ਤੇ ਕੁੱਤਾ ਚੱਟਦਾ ਹੈ। ਕੋਈ ਕਿਧਰੇ ਨੂੰ ਘੜੀਸੀ ਜਾਂਦਾ, ਕੋਈ ਕਿਧਰੇ ਨੂੰ ਘੜੀਸੀ ਜਾਂਦਾ, ਆਪਾ ਧਾਪੀ ਪਈ ਹੁੰਦੀ ਹੈ। ਤੇ ਫਿਰ ਪੁਲਿਸ ਉਹ ਤੋਂ ਕਿਵੇਂ ਬਚੂਗੀ ਜੀ? ਪੁਲਿਸ ਦੇ ਕਹਿੰਦੇ ਜੀ 3-3 4-4 ਤੱਕ ਕਹਿੰਦੇ ਬਿਊਰੋ ਆਫ ਇਨਵੈਸਟੀਗੇਸ਼ਨ ਹੀ ਬਦਲਤੇ ਹੈਡ ਹੈ, ਜਿਹੜੇ ਡਾਇਰੈਕਟਰ ਹੈ। 3 DGP ਬਦਲਤੇ ਹੈ। ਹੁਣ ਜਿਹੜੇ DGP ਸਾਹਿਬ ਆਏ, ਉਹਨਾਂ ਕੋਲ ਕੰਮ ਕਰਨ ਵਾਸਤੇ ਬਸ ਇੰਨਾ ਕਿਹਾ ਕਿ ਉਹ ਆਪਣੀ ਫੋਰਸ ਨੂੰ ਕਾਬੂ ਕਰ ਲੈਣ। ਭਾਵੇਂ ਇਹਨਾਂ ਨੇ ਗੱਲ ਕਹਿ ਦਿੱਤੀ ਸੀਗੀ ਕਿ ਨਹੀਂ ਜੀ ਬਦਲੀਆਂ ਜਾਲੀ ਨਹੀਂ ਹੋਈਆਂ, ਬਦਲੀਆਂ ਸਹੀ ਹੋਈਆਂ, ਪਰ ਹੁਣ ਸੈਕਟਰ 3 ਦਾ ਪੁਲਿਸ ਸਟੇਸ਼ਨ ਜੀ, ਉੱਥੇ ਕੇਸ ਰਜਿਸਟਰ ਹੋ ਗਿਆ। ਅੱਛਾ ਜੀ। ਕੇਸ ਕੀ ਰਜਿਸਟਰ ਹੋਇਆ ਹੈ ਕਿ ਉਸ ਦੌਰ ਦੇ ਵਿੱਚ ਜਦੋਂ ਆਪਾ ਧਾਪੀ ਪਈ ਹੋਈ ਸੀ, ਕੋਡ ਲੱਗ ਰਿਹਾ ਸੀ ਜਾਂ ਲੱਗ ਗਿਆ ਸੀ, ਪੁਰਾਣੇ DGP ਜਾ ਰਹੇ ਸੀ, ਨਵੇਂ ਆ ਰਹੇ ਸੀ, ਤਰੱਕੀਆਂ ਦੇ ਹੁਕਮ ਹੋ ਗਏ। ਅੱਛਾ। ਸਬ ਇੰਸਪੈਕਟਰ ਵੀ ਹੈ, ਇੰਸਪੈਕਟਰ ਵੀ ਹੈ, DSP ਵੀ ਹੈ 40। ਅੱਛਾ ਜੀ। ਕਹਿੰਦੇ ਜੀ ਸਭ ਨੂੰ ਤਰੱਕੀਆਂ ਦੇ ਦਿੱਤੀਆਂ।
ਤੇ ਤਰੱਕੀਆਂ ਦੇ ਆਰਡਰ ਹੋ ਕੇ ਕਾਗਜ਼ਾਂ 'ਚ ਚੜ ਗਏ। ਅੱਛਾ। ਪੰਜਾਬ ਪੁਲਿਸ ਦੇ ਕਾਗਜ਼ਾਂ 'ਚ ਚੜ ਗਏ ਬੱਲੇ ਬੱਲੇ ਕਿ ਬੰਦੇ ਡਿਪਟੀਆਂ ਤੋਂ ਐਸਪੀ ਬਣਾਤੇ, ਇੰਸਪੈਕਟਰਾਂ ਤੋਂ ਡਿਪਟੀ ਬਣਾਤੇ, ਸਬ ਇੰਸਪੈਕਟਰਾਂ ਤੋਂ ਇੰਸਪੈਕਟਰ ਬਣਾਤੇ। ਆਪਾਂ ਤਾਂ ਗੱਲ ਕਰਦੇ ਸੀ ਨਾ ਕਿ SIT ਦੇ ਚੀਫ ਦਾ ਮੁੰਡਾ ਬਣਾਤਾ ਚੋਰ ਦਰਵਾਜ਼ੋਂ। ਇਹ ਤਾਂ ਕਾਫੀ ਕੁਝ ਬਣ ਗਿਆ, ਕਾਫੀ ਕੁਝ ਹੀ ਬਣ ਗਿਆ। ਹਾਂ, ਜਦੋਂ ਉਹ ਆ ਗਿਆ ਵੀ ਇਹ ਬਣ ਗਏ ਤੇ ਬਣਨ ਤੋਂ ਬਾਅਦ ਵੀ ਕਿਵੇਂ ਹੈ, ਪਰ ਜਿਹੜਾ ਕੰਪੀਟੈਂਟ ਅਥਾਰਟੀ ਹੈ, ਅਧਿਕਾਰਤ ਅਥਾਰਟੀ ਹੈ, ਉਹਦੀ ਦਸਤਖਤ ਹੀ ਹੈ ਨਹੀਂ। ਅੱਛਾ ਜੀ। ਕੰਪੀਟੈਂਟ ਅਥਾਰਟੀ ਨੇ ਆਪਣੇ ਦਸਤਖਤ ਨਹੀਂ ਕੀਤੇ, ਦਾ ਮਤਲਬ ਬਿਨਾਂ ਦਸਤਖਤਾਂ ਤੋਂ ਹੀ ਜਾਲੀ ਹੋਇਆ ਜਾਂ ਫਿਰ ਉਹੀ ਚੜਾਤੀ। ਨੋਟੀਫਿਕੇਸ਼ਨ ਜਾਰੀ ਹੋ ਗਏ ਜੀ। ਅੱਛਾ, ਨੋਟੀਫਿਕੇਸ਼ਨ ਜਾਰੀ ਹੋ ਗਿਆ। ਨੋਟੀਫਿਕੇਸ਼ਨ ਜਾਰੀ ਹੋ ਗਏ। ਨੋਟੀਫਿਕੇਸ਼ਨ ਅਧਿਕਾਰਤ ਅਥਾਰਟੀ ਤੋਂ ਬਗੈਰ ਨੋਟੀਫਿਕੇਸ਼ਨ ਜਾਰੀ ਹੋ ਕੇ ਪੰਜਾਬ ਪੁਲਿਸ ਦੇ ਰਿਕਾਰਡ ਚੜ ਗਏ। ਦਾਨੇਵਾਲੀਆ ਸਾਹਿਬ ਜਿੱਥੇ ਹੁਣ ਇਹੋ ਜਿਹਾ ਕੁਝ ਹੋਣ ਲੱਗ ਜੇ ਪੁਲਿਸ ਦੇ ਵਿੱਚ, ਸਰਕਾਰ ਦਾ ਬਣੂਗਾ ਕੀ? ਕਹਿੰਦੇ ਜੀ ਸਰਕਾਰ, ਚੰਨੀ ਸਾਹਿਬ ਕਹਿੰਦੇ 111 ਦਿਨਾਂ 'ਚ ਕ੍ਰਿਸ਼ਮੇ ਦਿਖਾਤੇ। ਆਹ ਕ੍ਰਿਸ਼ਮੇ ਦਿਖਾਈ। ਤੇ ਜਿਹੜੇ ਆਪਣੇ ਰੰਧਾਵਾ ਸਾਹਿਬ ਕਹਿੰਦੇ ਆ ਕਿੱਥੇ ਕੁਝ ਵੀ ਨਹੀਂ ਹੋਇਆ ਸੀ 4.5 ਸਾਲ 'ਚ, 14.5 ਸਾਲਾਂ 'ਚ, 10 ਸਾਲ ਬਾਅਦ ਨਾਲੇ 4.5 ਕਪਤਾਨ ਵਾਲੇ। ਆਹ ਦੇਖੋ ਜੀ, ਕਹਿੰਦੇ ਅਸੀਂ ਕਿਤੇ ਵਾਹ ਕਿਆ ਕਮਾਲ ਹੈ ਕ੍ਰਿਸ਼ਮੇ ਦਾ। ਆਹ ਕੁਛ ਹੋ ਰਿਹਾ ਜੀ ਪੰਜਾਬ ਪੁਲਿਸ ਦੇ ਢਾਂਚੇ ਦੇ ਵਿੱਚ। ਇਹਦੇ 'ਚ ਮੈਂ ਪੁਲਿਸ ਦਾ ਕੋਈ ਕਸੂਰ ਨਹੀਂ ਸਮਝਦਾ ਜੀ। ਹੁਣ ਜਿਹੜਾ ਕੇਸ ਰਜਿਸਟਰ ਹੋਇਆ ਕਿਵੇਂ ਕਿ DGP ਆਫਿਸ ਨੇ ਲਿਖਿਆ ਡਾਇਰੈਕਟਰ ਜਨਰਲ ਆਫ ਪੁਲਿਸ ਚੰਡੀਗੜ੍ਹ ਨੂੰ ਕਿ ਜੀ ਆਹ ਕੁਛ ਹੋ ਗਿਆ। ਚੰਡੀਗੜ੍ਹ ਦੇ DGP ਕਿਉਂਕਿ ਵਾਕਿਆ ਬਖੂਹਾ ਉੱਥੋਂ ਦਾ, ਚੰਡੀਗੜ੍ਹ ਦੇ ਸੈਕਟਰ 9 ਦਾ ਨਾ ਪੁਲਿਸ ਹੈਡਕੁਆਟਰ ਦਾ। ਚੰਡੀਗੜ੍ਹ ਦੇ DGP ਨੇ ਚਿੱਠੀ ਲਿਖੀ ਥੱਲੇ ਆਪਣੇ ਤਹਿਤ SSP ਕੁਲਦੀਪ ਸਿੰਘ ਚਹਿਲ ਨੂੰ। ਕੁਲਦੀਪ ਸਿੰਘ ਚਹਿਲ ਨੇ ਥੱਲੇ ਹੁਕਮ ਕੀਤਾ ਤੇ ਹੁਣ ਸੈਕਟਰ 3 ਦੇ ਥਾਣੇ ਦੇ ਵਿੱਚ FIR ਦਰਜ ਹੋ ਗਈ। FIR ਦੇ ਵਿੱਚ ਕਿਸੇ ਨੂੰ ਨਾਮਜ਼ਦ ਨਹੀਂ ਕੀਤਾ। ਨਿਸ਼ਚੈ ਹੈ ਕਿ ਅਗਲੇ ਦਿਨਾਂ ਦੇ ਵਿੱਚ ਕੀ ਹੋਊਗਾ। ਹੁਣ ਸੰਬੰਧਿਤ ਕਰਮਚਾਰੀ ਹੈ ਜਿਹੜੇ ਉਸ ਵਿਭਾਗ ਦੇ ਵਿੱਚ ਲੱਗੇ ਹੋਣਗੇ, ਉਹਨਾਂ ਕਰਮਚਾਰੀਆਂ ਤੇ ਬਾਹਾਂ ਵੱਢੀਆਂ ਜਾਣਗੀਆਂ। ਔਰ ਕਰਮਚਾਰੀ ਜਿਹੜੇ ਹੈਗੇ, ਕਰਮਚਾਰੀਆਂ ਦੇ ਵਿੱਚ ਇਹ ਜਿਹੜੇ ਹੇਠਲੇ ਕਰਮਚਾਰੀ ਉਹਨਾਂ ਦੇ ਵਿੱਚ ਇੰਨੀ ਜ਼ਰੂਰਤ ਕਿਵੇਂ ਪੈ ਗਈ ਕਿ ਉਹ ਇੰਨਾ ਕੁਛ ਕਰਦੇ ਨੇ, ਜਦੋਂ ਉਹਨਾਂ ਨੂੰ ਪਤਾ ਕੋਈ ਰਾਜਾ ਨਹੀਂ, ਬਾਬੂ ਨਹੀਂ, ਕੋਈ ਪੁੱਛਣ ਵਾਲਾ ਨਹੀਂ, ਕੋਈ ਦੱਸਣ ਵਾਲਾ ਨਹੀਂ। ਕਿੰਨਾ ਕੁਛ ਤੁਸੀਂ ਦੇਖੋ ਕਿ ਕਿਵੇਂ ਘੋਲ ਮਸੋਲਾ ਇੱਕ ਦਿਨਾਂ 'ਚ ਹੀ ਪਾਤਾ ਜੀ। ਤੇ ਉਹ ਦਿਨਾਂ 'ਚ ਘੋਲ ਮਸੋਲੇ ਦਾ ਫਿਰ ਜਿਹੜਾ ਨਤੀਜਾ ਨਿਕਲਣਾ ਆਇਆ ਸੀ, ਕਹਿੰਦੇ ਸੀ ਜੀ ਜੇ ਕਿਤੇ ਵਿਜੀਲੈਂਸ ਵਾਲੇ ਰੰਧਾਵਾ ਸਾਹਿਬ ਕਹਿੰਦੇ ਸੀ ਡੰਡੇ ਮਾਰ ਕੇ ਮੁੜੇ ਸੈਣੀ ਦੇ ਦਰਵਾਜ਼ਿਆਂ ਤੇ। ਮੈਂ ਹੁੰਦਾ ਕੰਧ ਟੱਪ ਕੇ ਕਹਿੰਦੇ ਗਲ ਫੜ ਕੇ ਤੇ ਐਂ ਲੈ ਆਉਂਦਾ ਤੁਹਾਡਾ ਦਫ਼ਤਰ ਤਾਂ ਸਮਝਦਾ ਨਹੀਂ। ਚੰਨੀ ਵਿਜੇ ਰੰਧਾਵਾ ਸਾਹਿਬ ਦੀ ਆਪਾਂ ਗੱਲ ਦੇਖੀਏ, ਤੁਸੀਂ ਉਹ ਦੇਖੋ ਜਾ ਕਹਿੰਦੇ ਜੀ ਹਾਜ਼ਰੀ ਚੈੱਕ ਕਰਦੇ ਆ ਜੀ ਪੰਜਾਬ ਪੁਲਿਸ ਦਾ। ਤੁਸੀਂ ਚੰਡੀਗੜ੍ਹ ਜਾ ਕੇ ਹਾਲ ਤਾਂ ਦੇਖੋ ਕਿ ਜਿਨ੍ਹਾਂ ਕਮਰਿਆਂ ਦੇ ਵਿੱਚ ਬੈਠੇ ਛੋਟੇ ਕੈਮਰੇ, ਇੱਕ ਕਮਰੇ ਦੇ ਵਿੱਚ ਮੁਲਾਜ਼ਮ ਇੰਨੇ ਤੁੰਨੇ ਪਏ ਆ ਜਿਵੇਂ ਸੂਰਾਂ ਦਾ ਵਾੜਾ ਹੁੰਦਾ। ਉਹ ਵਿਚਾਰੇ ਮਤਲਬ ਕਿੱਥੇ ਬੈਠਣ, ਕਿੱਥੇ ਰੋਟੀ ਖਾਣ, ਕਿੱਥੇ ਕੀ ਕਰਨਾ, ਵਿੱਚੇ ਕੰਪਿਊਟਰ ਲੱਗਿਆ, ਵਿੱਚੇ ਫਾਈਲਾਂ ਪਈਆਂ, ਵਿੱਚੇ ਕੁਰਸੀਆਂ। ਜੇ ਕੋਈ ਮਹਿਮਾਨ ਆ ਜੇ ਉੱਥੇ ਤਾਂ ਪਹਿਲੀ ਗੱਲ ਤਾਂ ਛੇਤੀ ਕਿਤੇ ਬੰਦਾ ਵੜ ਹੀ ਨਹੀਂ ਸਕਦਾ। ਚਲੋ ਜੇ ਕਿਸੇ ਬੰਦੇ ਦੀ ਨੂੰ ਕੋਈ ਲੋੜ ਪੈਂਦੀ ਉੱਥੇ ਜਾਂਦਾ ਰਹੇ ਤਾਂ ਉਹ ਆਪ ਬੈਠਣਗੇ ਉਹਨੂੰ ਬਿਠਾਉਣ। ਹਾਲਤ ਇੰਨੀ ਮਾੜੀ ਪਈ ਹੈ। ਤੁਸੀਂ ਜੇ ਤੁਸੀਂ ਚੈਕਿੰਗ ਕਰਨੀ ਹੈ ਤਾਂ ਇਹ ਚੀਜ਼ਾਂ ਵੀ ਦੇਖੋ ਬਿਲਕੁਲ ਕਿ ਉਹਨਾਂ ਦਾ ਜਿਹੜਾ ਹੈਗਾ ਜਿੱਥੇ ਬੰਦਿਆਂ ਨੇ ਕੰਮ ਕਰਨਾ। ਪੁਲਿਸ ਡਿਪਾਰਟਮੈਂਟ ਬੜੀ ਵੱਡੀ ਚੀਜ਼ ਹੈ। ਪੁਲਿਸ ਡਿਪਾਰਟਮੈਂਟ ਨੂੰ ਕੰਮ ਕਰਨ ਵਾਸਤੇ ਜਿਹੜਾ ਮਕੂਲ ਮਾਹੌਲ ਵੀ ਚਾਹੀਦਾ ਜੀ। ਉਹ ਮਕੂਲ ਮਾਹੌਲ ਬਣਾਓ ਤੁਸੀਂ। ਇਹ ਤਾਂ ਕੋਈ ਪੁੱਛਦਾ ਨਹੀਂ ਵੀ ਪੁਲਿਸ ਵਾਲਿਆਂ ਨੂੰ ਕਿੰਨੀ ਨੌਕਰੀ ਕਰਨੀ ਪੈਂਦੀ। ਪੁਲਿਸ ਦੀ ਤੁਸੀਂ ਰਾਸ਼ਨ ਮਣੀ ਕਿੰਨੀ ਹੈ ਜੀ? ਰਾਸ਼ਨ ਮਣੀ ਪੁਲਿਸ ਦੀ ਰੁਪਈਆਂ 'ਚ ਹੀ ਹੈ। ਉਹਨੇ ਤਾਂ ਕੀ ਕਹਿੰਦੇ ਚਮਚਾ ਖੰਡ ਦਾ ਨਹੀਂ ਆਉਂਦਾ, ਚਾਹ ਨਹੀਂ ਪੀਤੀ ਜਾਂਦੀ ਜੀ। ਚਾਹ ਪੀਣ ਵਾਲੀ ਗੱਲ ਹੈ। ਉਹਨਾਂ ਦੀ ਰਾਸ਼ਨ ਮਣੀ ਦੀ ਮੈਂ ਦੇਖੀ ਸੀ ਪਿਛਲੇ ਦਿਨਾਂ ਦੇ ਵਿੱਚ ਇੱਕ ਵੀਡੀਓ ਲਕਸ਼ਮੀ ਕਾਂਤਾ ਚਾਵਲਾ ਦੀ। ਲਕਸ਼ਮੀ ਕਾਂਤਾ ਚਾਵਲਾ ਵੀ ਚੰਨੀ ਸਾਹਿਬ ਨੂੰ ਐਡਰੈਸ ਹੋਈ ਸੀ ਵੀ ਤੁਸੀਂ ਕਹਿੰਦੇ ਸਭ ਤੋਂ ਵਧੀਆ ਫੋਰਸ ਆ ਸਾਡੀ ਫੋਰਸ ਆ। ਇਸ ਫੋਰਸ ਵਾਸਤੇ ਤੁਸੀਂ ਕਰ ਕੀ ਰਹੇ ਹੋ? ਅਸੀਂ ਚਲੋ ਮੰਨ ਲਿਆ ਢਿੱਲੋਂ ਸਾਹਿਬ, ਗੱਲ ਸਹੀ ਹੈ ਤੁਹਾਡੀ। ਥਾਣਿਆਂ 'ਚ ਤਾਂ ਆਪਾਂ ਮੰਨ ਲਿਆ ਵੀ 4 ਪੈਸੇ ਬਣ ਜਾਂਦੇ ਆ, ਪਰ ਜਿਹੜੇ ਹੁਣ PAP 'ਚ ਹੈ ਜਾਂ ਆਪਣੇ ਕੀ ਕਹਿੰਦੇ ਆ IRB ਹੈ ਜਾਂ ਹੋਰ ਹੈ, ਉਹ ਦੱਸੋ ਵੀ ਉਹਨਾਂ ਨੂੰ ਕਿਹੜੇ ਟੌਂਟੇ ਬਣਦੇ ਹੋਣੇ ਆ ਵੀ ਆਪਾਂ ਗੱਲ ਕਰੀਏ। ਜਦੋਂ ਉਹਨਾਂ ਦੀ ਡਿਊਟੀ ਲੱਗਦੀ ਹੈ ਫੀਲਡ 'ਚ, ਜਿਹੜੇ PAP 'ਚੋਂ ਬੰਦੇ ਚੱਕ ਕੇ ਬਠਿੰਡੇ ਲਾਤੇ, ਬਠਿੰਡੇ ਆ ਕੇ ਉਹ ਰਹਿਣਗੇ ਕਿੱਥੇ? ਉਹੀ ਤਾਂ ਗੱਲ ਹੈ, ਉਹ ਆ ਕੇ ਰਹਿਣਗੇ ਕਿੱਥੇ? ਉਹਨਾਂ ਦੇ ਖਾਣ ਪੀਣ ਦਾ ਇੰਤਜ਼ਾਮ ਹੈ? ਚਲੋ ਕੀ ਉਹਨਾਂ ਕੋਲੇ ਕੁੱਕ ਹੈ ਜਾਂ ਉਹਨਾਂ ਦੀ ਕੀ ਸਪਲਾਈ ਹੈ ਜਾਂ ਕਿਵੇਂ ਹੈ? ਉਹਨਾਂ ਦੀ ਰਾਸ਼ਨ ਮਨੀ ਤੁਹਾਡੇ ਵਾਲੀ ਗੱਲ ਗੁਜ਼ਾਰਾ ਤਾਂ ਨਹੀਂ ਹੁੰਦਾ। ਉਹਨਾਂ ਦੀਆਂ ਜਿਹੜੀਆਂ ਡਿਊਟੀ ਕਰਨ ਯੋਗ ਜਿਹੜੇ ਜਿਹੜੀਆਂ ਉਹਨਾਂ ਦੇ ਐਕਸਪੈਂਸਿਸ ਆ ਉਹ ਤਾਂ ਲੈਣੇ ਦੇਖਣੇ ਚਾਹੀਦੇ ਨਾ। ਵੈਸੇ ਜੇ ਹੁਣ ਆਪਾਂ ਦੇਖੀਏ, ਚਲੋ ਕਈ ਵਾਰੀ ਆਪਾਂ ਪੁਲਿਸ ਵਾਲਿਆਂ ਨੂੰ ਕਹਿੰਦੇ ਪੈਸੇ ਲੈ ਲੈਂਦੇ। ਮਸਲਨ ਹੁਣ ਤੁਸੀਂ ਦੇਖੋ, ਮੈਂ ਦੇਖਿਆ ਇੱਕ ਕੇਸ ਦੇ ਵਿੱਚ ਦਿੱਲੀ ਦੀ ਪੁਲਿਸ ਆ ਗਈ, ਆਪਣੇ ਇੱਕ ਥਾਣੇ 'ਚ ਆ ਗਈ ਦਿੱਲੀ ਦੀ ਪੁਲਿਸ। ਕਿਸੇ ਬੰਦੇ ਨੂੰ ਲੈਣ ਵਾਸਤੇ ਆਏ ਸੀਗੇ, ਬੰਦੇ ਕਾਫੀ ਸਾਰੇ ਆ ਗਏ, ਕਿਸੇ ਗੈਂਗਸਟਰ ਨੂੰ ਲੈਣ ਵਾਸਤੇ ਆਏ ਸੀ। ਮੈਂ ਆਪ ਦੇਖਿਆ SHO ਮੁਨਸ਼ੀ ਨੂੰ ਕਹਿ ਰਿਹਾ ਸੀ, ਯਾਰ ਭਾਵੇਂ ਔਖਾ ਹੋ ਸੌਖਾ ਹੋ, ਆਪਣੇ ਮਹਿਮਾਨਾਂ ਕੱਲ ਆਪਾਂ ਨੂੰ ਵੀ ਦਿੱਲੀ ਜਾਣਾ, ਰੋਟੀ ਖਵਾ ਦਿਓ। ਹੁਣ ਮੁਨਸ਼ੀ ਆਪਦੀ ਜੇਬ 'ਚ ਤਾਂ ਵਿਚਾਰਾ ਰੋਟੀ ਨਹੀਂ ਖਵਾਉਂਦਾ। ਉਹ ਜੇ ਕਿਸੇ ਨੂੰ ਕਹੂਗਾ ਵੀ ਲਿਆਓ ਜੀ ਤੁਸੀਂ ਆ ਕੁਛ, ਤੁਹਾਡੇ ਵਰਗੇ ਨੂੰ ਕਿਸੇ ਨੂੰ ਬੁਖਾਰ ਹੀ ਪਾਊਗਾ ਤੇ ਫਿਰ ਕਹਾਂ ਪਾਰਟੀਆਂ ਆਈਆਂ ਪਾ ਦੇਣੇ। ਅਸੀਂ ਪੁੱਛ ਲੈਂਦੇ ਵੀ ਦੱਸੋ ਭਾਈ ਆ ਕੀ ਹੋ ਗਿਆ ਜੀ। ਇਸ ਕਰਕੇ ਬੜਾ ਕੁਛ ਹੁੰਦਾ ਜੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ, ਤੇ ਮੈਂ ਸਵਰਨ ਸਿੰਘ ਦਾਨੇਵਾਲੀਆ ਇਸ ਵਕਤ ਤੁਹਾਡੇ ਨਾਲ। ਜਿਵੇਂ ਤੁਸੀਂ ਗੱਲ ਕਹੀ ਹੈ ਕਿ ਬੜਾ ਕੁਛ ਚੱਲਦਾ ਢਿੱਲੋਂ ਸਾਹਿਬ, ਆ ਜਦੋਂ ਚਲਾਨ ਪੇਸ਼ ਕਰਦੇ ਆ, ਕਾਗਜ਼ਾਂ ਦੇ ਥੱਬੇ, ਪੈਨਸਲਾਂ ਆਉਣ ਜਾਣ, ਸਟੇਸ਼ਨਰੀ ਨਹੀਂ ਮਿਲਦੀ।
ਇਹ ਤਾਂ ਗੱਲ ਆਪਾਂ ਇਹਨਾਂ ਦੀ ਕਰ ਲਈ ਤੇ ਹੁਣ ਗੱਲ ਕਰ ਲਈਏ ਸਟੇਟ ਕ੍ਰਾਈਮ ਬ੍ਰਾਂਚ ਦੇ ਥਾਣੇ ਦੀ, ਜਿੱਥੇ ਕੱਲ ਵਿਕਰਮ ਮਜੀਠੀਆ ਪੁੱਜੇ ਸੀਗੇ ਤੇ ਖਾਸ ਉੱਭਰ ਕੇ ਕੀ ਗੱਲ ਸਾਹਮਣੇ ਆਈ ਉਹਦੇ 'ਚ? ਦੇਖੋ ਖਾਸ ਉੱਭਰ ਕੇ ਤਾਂ ਕੀ ਆਈ ਹੈ ਵੀ ਜਿਹੜੀ ਮੇਨ ਗੱਲ ਤਾਂ ਇਹ ਹੈ ਕਿ ਉਹ ਗਿਆ ਹਾਂਜੀ। ਵਿਕਰਮ ਸਿੰਘ ਮਜੀਠੀਆ 11 ਵਜੇ ਦਾ ਟਾਈਮ ਦਿੱਤਾ ਸੀ ਮਾਨਯੋਗ ਹਾਈ ਕੋਰਟ ਨੇ ਕਿ 11 ਵਜੇ ਪਹੁੰਚਣੇ ਚਾਹੀਦੇ ਹੋ। ਵਿਕਰਮ ਸਿੰਘ ਮਜੀਠੀਆ ਤੇ ਉਹਨਾਂ ਦੇ ਜਿਹੜੀ ਲੀਗਲ ਟੀਮ ਸੀ ਜੀ, ਉਹ 11 ਵੱਜਣ ਤੋਂ 1-2 ਮਿੰਟ ਪਹਿਲਾਂ ਹੀ ਪਹੁੰਚ ਗਏ ਸੀ। ਅੱਛਾ ਜੀ। ਕਾਨੂੰਨ ਦਾ ਜਿਹੜਾ ਹੁਕਮ ਸੀ ਉਹਦੀ ਪਾਲਣਾ ਪੂਰੀ ਕੀਤੀ, ਇਨਵਿਨ ਕਰਨ ਤੋਂ ਬਾਅਦ ਉੱਪਰ ਚਲੇ ਗਏ। ਉਹਨਾਂ ਦੇ ਜਿਹੜੇ ਸੀਗੇ ਵਕੀਲ ਉਹਨਾਂ ਨੂੰ ਕਹਿੰਦੇ ਜੀ ਤੁਸੀਂ ਬੈਠੋ ਪਹਿਲੀ ਮੰਜ਼ਿਲ ਤੇ, ਦੂਜੀ ਮੰਜ਼ਿਲ ਤੇ ਉਹਨਾਂ ਨੂੰ ਲੈ ਗਏ ਜੀ। ਉੱਥੇ ਲਿਜਾ ਕੇ ਉਹਨਾਂ ਦੀ ਪੁੱਛਗਿੱਛ ਕੀਤੀ। ਪੁੱਛਗਿੱਛ ਦੇ ਵਿੱਚ ਉਹ ਕਹਿੰਦੇ ਜੀ ਪੁੱਛੋ, ਉਹਨਾਂ ਨੂੰ ਕਹਿੰਦੇ ਸਵਾਲ ਪੁੱਛਿਆ ਕਿ ਹੈਗਾ ਜੀ 60 ਸਵਾਲ ਪੁੱਛੇ, 2.5 ਘੰਟੇ ਦੀ ਗੱਲਬਾਤ ਕੀਤੀ, ਕਰਾਈ, ਐਂ ਕੀਤਾ ਜੀ, ਆਹ ਕੀਤਾ, ਸਾਰਾ ਕੁਛ ਕੀਤਾ। ਬਾਹਰ ਆ ਗਏ ਵਿਕਰਮ ਸਿੰਘ ਮਜੀਠੀਆ। ਬਾਹਰ ਆ ਕੇ ਉਹ ਕਹਿੰਦੇ ਵੀ ਜੋ ਕੁਛ ਮੈਨੂੰ ਪੁੱਛਿਆ ਮੈਂ ਵਧੀਆ ਤਰੀਕੇ ਨਾਲ ਆਪਦੇ ਜਵਾਬ ਦਿੱਤੇ ਹੈ ਜੀ। ਤੇ ਉਹਨਾਂ ਦੇ ਨਾਲ ਨਾਲ ਕਹਿੰਦੇ ਵੀ ਮੈਂ ਅਗਲੀ ਗੱਲ ਵੀ ਕਹੀ ਹੈ ਵੀ ਇੱਕ ਤਾਂ ਚਰਨਜੀਤ ਸਿੰਘ ਚੰਨੀ ਜੀ, ਇੱਕ ਸੁਖਜਿੰਦਰ ਸਿੰਘ ਰੰਧਾਵਾ ਤੇ ਜਿਹੜਾ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਹੈ, ਇਹਨਾਂ ਦਾ ਰਿਕਾਰਡ ਜਿਹੜਾ ਹੈਗਾ, ਜਿਹੜੇ ਇਹਨਾਂ ਦੇ ਬਿਆਨ ਦਿੱਤੇ ਹੈ ਜੀ, ਤੇ ਜਿਹੜੀਆਂ ਪਹਿਲਾਂ ਇਨਕੁਆਇਰੀਆਂ ਹੋਈਆਂ ਵੀ ਹੈ, ਪਹਿਲਾਂ ਵੀ ਇਨਕੁਆਇਰੀਆਂ ਇਸ ਮਾਮਲੇ ਦੀਆਂ ਹੋਈਆਂ ਨਾ, ਉਹ ਸਾਰਾ ਕੁਛ ਜਿਹੜੇ ਹੈਗੇ ਜਿੰਨਾ ਵੀ ਉਹਨਾਂ ਕੋਲ ਮਟੀਰੀਅਲ ਹੈ, ਕਹਿੰਦੇ ਮੈਂ ਉਹਨਾਂ ਨੂੰ ਕਿਹਾ SIT ਵਾਲਿਆਂ ਨੂੰ ਕਿਰਪਾ ਕਰਕੇ ਉਹਨੂੰ ਵੀ ਰਿਕਾਰਡ ਤੇ ਲੈ ਲਓ। ਜੀ। ਜਿਹੜੇ ਬਿਆਨ ਦਿੱਤੇ ਇਹਨਾਂ ਨੇ ਵੀ ਆਹ ਕਰਾਂਗੇ ਜੀ, ਆਹ ਕਰਾਂਗੇ, ਆਹ ਕਰਾਂਗੇ, ਉਹ ਵੀ ਰਿਕਾਰਡ ਤੇ, ਸਾਰਾ ਕੁਛ ਰਿਕਾਰਡ ਤੇ ਆ ਜੀ। ਉੱਥੇ ਉਹ ਆਪਣੇ ਡਿਫੈਂਸ ਨੂੰ ਮਜ਼ਬੂਤ ਕਰਨ ਦੀ ਗੱਲ ਕਰਦਾ, ਵਕੀਲਾਂ ਵਾਲੀ ਗੱਲ ਹੈ ਬਿਲਕੁਲ। ਕਿਉਂਕਿ ਜਦੋਂ ਬੰਦਾ ਬਿਆਨ ਦਿੰਦਾ, ਜੇ ਆਪਣੇ ਬਿਆਨ ਦੇ ਵਿੱਚ ਲਿਖਾਉਂਦਾ ਕਿ ਇਹਦੀ ਇਨਕੁਆਇਰੀ ਫਲਾਂ ਬੰਦਿਆਂ ਨੇ ਕੀਤੀ, ਉਹਨੂੰ ਵੀ ਰਿਕਾਰਡ ਤੇ ਲਓ। ਮੈਨੂੰ ਫਸਾਉਣ ਵਾਸਤੇ ਆਹ ਗੱਲ ਕਹੀ ਚਰਨਜੀਤ ਸਿੰਘ ਚੰਨੀ ਨੇ ਵੀ ਟੰਗਾਂਗੇ, ਇਹ ਵੀ ਰਿਕਾਰਡ ਤੇ ਇਹ ਲਓ ਜੀ। ਸੁੱਖੀ ਰੰਧਾਵੇ ਨੇ ਕਿਹਾ ਜੀ ਆਹ ਅੱਛਾ, ਵਕੀਲ ਆਪ ਬਣ ਗਿਆ ਪੂਰਾ, ਮਤਲਬ ਕਿ ਉਹਨਾਂ ਨੇ ਪੁੱਛ ਪੜਤਾਲ ਕੀ ਕਰਨੀ ਸੀ, ਉਲਟਾ ਉਹਨਾਂ ਦੀ ਪੁੱਛ ਪੜਤਾਲ ਕਰੇ, ਸਮਝਾਉਣ ਲੱਗ ਗਿਆ ਵੀ ਭਾਈ ਤੁਹਾਨੂੰ ਆਹ ਕਰਨਾ ਪੈਣਾ, ਆਹ ਚੀਜ਼ਾਂ ਡਿਫੈਂਸ ਦੇ ਵਿੱਚ ਆਉਣੀਆਂ ਜਿਹੜੀਆਂ ਜੇ ਹੁਣ ਉਹਨੇ ਆਪਦੇ ਲੈ ਕੇ ਆਏ ਤੇ ਕੱਲ ਨੂੰ ਅਦਾਲਤ ਜਾਊਗਾ। ਦੇਖੋ ਜੀ, ਮੈਂ ਤਾਂ ਕਿਹਾ ਸੀ ਮੁਲਜ਼ਮ ਦੇ ਵੀ ਅਧਿਕਾਰ ਹੁੰਦੇ ਆ। ਜੀ ਜੀ, ਮੁਲਜ਼ਮ ਦੇ ਵੀ ਅਧਿਕਾਰ ਹੁੰਦੇ। ਥੋੜਾ ਹੀ CRPC ਦੇ ਵਿੱਚ ਅੰਗਰੇਜ਼ਾਂ ਨੇ ਬੜਾ ਵਧੀਆ ਪ੍ਰਬੰਧ ਕੀਤਾ ਸੀ। ਇਹ ਨਹੀਂ ਕਿ ਜਿਹਦੇ ਖਿਲਾਫ ਤੁਸੀਂ ਕਾਰਵਾਈ ਕਰਨੀ ਹੈ ਸਿਰਫ ਉਹਦੇ ਖਿਲਾਫ ਹੀ ਕਰੋਗੇ। ਜੀ ਜੀ, ਸਗੋਂ ਉਹ ਵੀ ਕੁਝ ਚੀਜ਼ਾਂ ਕਹਿ ਸਕਦਾ ਜੀ ਆਹ ਲੈ ਕੇ ਆਓ। ਪਰ ਜਿਹੜੀ ਗੱਲ ਤਾਂ ਅੰਦਰੋਂ ਪਤਾ ਲੱਗਿਆ ਦਾਨੇ ਵਾਲੇ ਸਾਹਿਬ, ਨਾ ਤਾਂ ਚੰਨੀ ਸਾਹਿਬ ਬੋਲਿਆ ਤੇ ਨਾ ਬੋਲਿਆ ਅਜੇ ਤੱਕ ਸਿੱਧੂ ਸਾਹਿਬ। ਜੀ, ਸਿੱਧੂ ਸਾਹਿਬ ਤਾਂ ਨੋ ਕਮੈਂਟਸ ਕਹਿੰਦੇ, ਮਾਮਲਾ ਸਬ ਜੁਡਿਸ ਹੈ ਜੀ, ਜਾਂ ਇਹ ਕਹਿ ਦਿੰਦੇ ਉਹ ਜਿਹਨੇ ਸਿੱਧੂ ਮੂਸੇ ਵਾਲੇ ਨੂੰ ਜੁਆਇਨ ਕਰਵਾਇਆ ਆਪਣੇ ਹੀ ਇੱਕ ਪੱਤਰਕਾਰ ਨੇ, ਸਚਨ ਸ਼ਰਮਾ ਬਠਿੰਡੇ ਹੁੰਦੇ ਸੀਗੇ ਜਿਹੜੇ ABP 'ਚ ਅੱਜ ਕੱਲ੍ਹ ਸੰਦੇ, ਉਹਨਾਂ ਨੇ ਸਵਾਲ ਕਰ ਲਿਆ, ਕਹਿੰਦੇ ਜੀ ਬੰਦੇ ਤੇ ਕੇਸ ਰਜਿਸਟਰ ਹੋਏ ਵੇ, ਗਨ ਕਲਚਰ ਨੂੰ ਪ੍ਰਮੋਟ ਕਰਦਾ, ਤੁਸੀਂ ਇਹਦੇ ਬਾਰੇ ਦੱਸੋ ਕੀ। ਤੇ ਉਹਨੇ ਸਿੱਧੂ ਸਾਹਿਬ ਨੇ ਕਿਹਾ ਯਾਰ ਰਹਿਣ ਦੇ ਮਾਮਲਾ ਸਬ ਜੁਡਿਸ ਹੈ। ਤੇ ਸਬ ਜੁਡਿਸ ਤਾਂ ਉਦੋਂ ਵੀ ਸੀ, ਹਾਈ ਕੋਰਟ 'ਚ ਹੀ ਪਿਆ ਸੀ ਜਦੋਂ ਕਹਿੰਦੇ ਸੀ ਲਿਆਓ ਜੀ ਫੜ ਕੇ ਦਿਓ 6 ਫੁੱਟ ਤੇ 4 ਇੰਚ ਦਾ ਬੰਦਾ। ਬਿਲਕੁਲ ਬਿਲਕੁਲ। ਹੁਣ ਉਹਦੇ ਵੀ ਹੱਕ ਹਕੂਕਾ ਉਹਨੇ ਆਪਦੀ ਗੱਲ ਕਰਨੀ, ਪਰ ਜਿਹੜੀ ਅੰਦਰੋਂ ਪਤਾ ਲੱਗਿਆ ਕਹਿੰਦੇ ਜੀ SIT ਵਾਲਿਆਂ ਨੇ ਉਹਨਾਂ ਨੂੰ 2-3 ਚੀਜ਼ਾਂ ਪੁੱਛੀਆਂ। ਇੱਕ ਤਾਂ ਉਹਨਾਂ ਨੂੰ ਇਹ ਪੁੱਛਿਆ ਵੀ ਇਹ ਦੱਸੋ ਤੁਹਾਡੇ ਵਿਆਹ ਦੇ ਉੱਤੇ ਕੁਝ ਬੰਦੇ ਆਏ ਸੀ ਵਿਦੇਸ਼ਾਂ ਦੇ ਵਿੱਚੋਂ, ਉਹ ਬੰਦੇ ਜਿਹੜੇ ਆਏ ਸੀ ਕੌਣ ਸੀ। ਚਲੋ ਜਿੰਨੇ ਕੋਨੇ ਦੱਸਿਆ ਵੀ ਮੇਰੇ ਕੋਲ ਆ ਹੋਇਆ, ਫਿਰ ਉਹਨਾਂ ਨੇ ਕਾਊਂਟਰ ਕੁਐਸਚਨ ਕੀਤਾ, ਨਾ ਪੁੱਛਿਆ ਬੰਦਿਆਂ ਦਾ ਜੀ ਵੀ ਕਿਰਪਾ ਕਰਕੇ ਦੱਸੋ ਆਹ ਬੰਦੇ ਤੁਹਾਡੇ ਕੋਲੇ ਆਏ ਸੀ। ਉਹ ਨਾਂ ਹੈ ਜੀ ਸਤਪ੍ਰੀਤ ਸੱਤਾ, ਇਹ ਆਇਆ ਸੀ। ਦੂਜਾ ਪਰਮਿੰਦਰ ਸਿੰਘ ਪਿੰਦੀ, ਸੱਤਾ ਤੇ ਪਿੰਦੀ ਦੋਨੋਂ ਬਾਹਰ ਹੈ ਮੇਰੇ ਖਿਆਲ ਜੀ। ਤੀਜਾ ਕਹਿੰਦੇ ਜੀ ਮਨਜਿੰਦਰ ਸਿੰਘ ਔਲਖ, ਜਿਹਨੂੰ ਬਿੱਟੂ ਔਲਖ ਕਹਿ ਦਿੰਦੇ, ਤੇ ਇਹ ਬਿੱਟੂ ਔਲਖ ਹੀ ਆਪਣੇ ਜਿਹੜੇ ਉਹ ਹੈ ਨਹੀਂ ਡਾਕਟਰ ਸਾਹਿਬ ਰਤਨ ਸਿੰਘ ਅਜਨਾਲਾ, ਹਾਂਜੀ, ਉਹਨਾਂ ਦਾ ਬੇਟਾ ਹੈ ਬੌਨੀ ਅਜਨਾਲਾ। ਬੌਨੀ ਅਜਨਾਲਾ ਦੇ ਤੁਸੀਂ ਇੱਕ ਵਾਰੀ ਆਪਾਂ ਜ਼ਿਕਰ ਕੀਤਾ ਸੀ ਕਿ ਉਹਨਾਂ ਨੇ ਬੜੇ ਉਦੋਂ ਬਿਆਨ ਦਿੱਤੇ ਸੀ ਕਿ ਮੇਰੇ ਬੰਦੇ ਨੂੰ ਫੜ ਕੇ ਜਿਹੜਾ ਆਹ ਕੀਤਾ ਜਾ ਰਿਹਾ ਤੋ ਇਹਦੇ ਤੇ ਨਜਾਇਜ਼ ਕੇਸ ਪਾਏ ਜਾ ਰਹੇ, ਉਹ ਹੈ। ਹਾਂਜੀ। ਅਗਲਾ ਆ ਗਿਆ ਜੀ ਅਮਰਿੰਦਰ ਸਿੰਘ ਲਾਡੀ। ਅੱਛਾ ਜੀ। ਤੇ ਜਗਜੀਤ ਸਿੰਘ ਚਾਹਲ ਵੀ ਇਸ ਕੇਸ ਦੇ ਵਿੱਚ ਆਇਆ ਵਾ। ਕਹਿੰਦੇ ਵੀ ਇਹ ਦੱਸੋ ਵੀ ਇਹ ਤੁਹਾਡੇ ਆਏ ਸੀ ਕਿ ਨਹੀਂ ਆਏ ਸੀ ਜੀ, ਤੇ ਜੇ ਆਏ ਸੀ ਹਾਂ ਸੀ ਤਾਂ ਇਹਦਾ ਆਧਾਰ ਕੀ ਸੀ ਜੀ, ਕਿਉਂ ਆਏ ਸੀ, ਤੁਹਾਡੀ ਰਿਸ਼ਤੇਦਾਰੀ ਉਹਨਾਂ ਨਾਲ ਕੀ ਹੈ। ਫਿਰ ਅਗਲਾ ਪੁੱਛਦਾ ਵੀ ਤੁਹਾਨੂੰ ਪੈਸੇ ਭੇਜੇ ਸੀ ਇਹਨਾਂ ਨੇ ਕੋਈ ਜੀ, ਤੁਸੀਂ ਕਦੇ ਪੈਸਿਆਂ ਦਾ ਲੈਣ ਦੇਣ ਕੀਤਾ ਇਹਨਾਂ ਦੇ ਨਾਲ। ਜੇ ਨਹੀਂ ਕੀਤਾ ਤਾਂ ਕਹਿ ਦਿਓ ਨਹੀਂ ਕੀਤਾ, ਜੇ ਕੀਤਾ ਤਾਂ ਫਿਰ ਇਹ ਦੱਸੋ ਵੀ ਇਹ ਕਿਸ ਬੇਸ ਦੇ ਉੱਤੇ ਤੁਹਾਨੂੰ ਉਹਨਾਂ ਨੇ ਪੈਸੇ ਭੇਜੇ ਸੀ, ਕਿਉਂ ਭੇਜੇ ਸੀ। ਇਹ ਚੀਜ਼ਾਂ ਕਿਉਂਕਿ ED ਵਾਲਿਆਂ ਦੇ ਕੋਲੇ ਪਹਿਲਾਂ ਪੜਤਾਲ 'ਚ ਆਈਆਂ ਵੀ ਜੀ। ED ਦੇ ਵਿੱਚ ਇਹ ਗੱਲ ਆਈ ਸੀ ਕਿ ਜੀ ਕੁਛ ਮੇਰਾ ਖਿਆਲ ਉਹਨੇ ਬੈਂਕ ਅਕਾਊਂਟ ਵਗੈਰਾ ED ਵਾਲਿਆਂ ਤੇ, ਕਿਉਂਕਿ ਮਹਿਕਮਾ ਇਨਕਮ ਟੈਕਸ ਹੈ, ਉਹਨਾਂ ਨੂੰ ਸੌਖਾ ਹੁੰਦਾ ਐਸੈਸ ਹੋਣਾ ਉੱਥੇ ਤੱਕ, ਬੈਂਕ ਖਾਤਿਆਂ ਤੱਕ ਜੀ। ਉਹਨੇ ਕਿਹਾ ਤੁਹਾਡੇ ਕੋਲੇ ਸੀ ਸਾਰਾ ਮਾਮਲਾ, ਉਹਨਾਂ ਕੋਲੇ ਹੈ, ਤਾਂ ਤੁਸੀਂ ਇਹ ਦੱਸੋ ਵੀ ਤੁਹਾਨੂੰ ਫਿਰ ਇਹ ਕਿਉਂ ਭੇਜਦੇ ਸੀ। ਪੈਸੇ ਤਾਂ ਬਿਨਾਂ ਸ਼ੱਕ ਆਏ, ਬਿਲਕੁਲ ਪਹਿਲਾਂ ਗੱਲਾਂ ਆ ਚੁੱਕੀਆਂ।
ਤੇ ਜੇ ਇਹ ਪੈਸੇ ਭੇਜਦੇ ਸੀ, ਇਹ ਤੁਹਾਡੇ ਇੱਥੇ ਵਿਆਹ ਤੇ ਆਏ ਸੀ, ਕੀ ਤੁਸੀਂ ਇਹਨੂੰ ਸਰਕਾਰੀ ਅਕਮੋਡੇਸ਼ਨ ਮੁਹੱਈਆ ਕਰਵਾਈ ਸੀ, ਗੱਡੀਆਂ ਮੁਹੱਈਆ ਕਰਾਈਆਂ ਸੀ? ਇਹ ਸਵਾਲ ਉਹਨਾਂ ਨੇ ਜੀ ਉਹਨਾਂ ਨੂੰ ਪੁੱਛਿਆ ਕਿ ਇਹਦੇ ਬਾਰੇ ਦੱਸੋ। ਇਹਦੇ ਬਾਰੇ ਜੋ ਸ਼ਾਇਦ ਉਹਨਾਂ ਨੇ ਦੱਸੇ ਹੋਣਗੇ, ਜਵਾਬ ਦਿੱਤੇ ਹੋਣਗੇ, ਪਰ ਬਾਡੀ ਲੈਂਗੁਏਜ ਜਿਹੜੀ ਹੈ ਨਾ ਜੀ, ਉਹ ਕੱਲ ਕੁਝ ਬਾਤ ਹੋਰ ਹੀ ਪਾਉਂਦੀ ਸੀ। ਅੱਛਾ ਜੀ। ਕਹਿੰਦੇ ਬਾਡੀ ਲੈਂਗੁਏਜ ਤਾਂ ਜੀ ਪੂਰੀ ਚੜ੍ਹਦੀ ਕਲਾ ਸੀ। ਅੱਜ ਮੈਂ ਇੱਕ ਚੈਨਲ ਦੇ ਉੱਤੇ ਸੁਣ ਰਿਹਾ ਸੀਗਾ ਪ੍ਰੋਗਰਾਮ, ਇੱਕ ਸਵੇਰੇ ਕਿਉਂਕਿ ਤੁਹਾਨੂੰ ਪਤਾ ਧੁੰਦ ਵਾਹਵਾ ਪੈਂਦੀ ਹੈ, ਹੁਣ ਸੈਰ ਵਗੈਰਾ ਤਾਂ ਜਾਇਆ ਨਹੀਂ ਜਾਂਦਾ, ਉਦੋਂ ਜਿਹੜਾ ਆਪਾਂ ਇਸੇ ਕੰਮ ਤੇ ਹੋ ਜਾਂਦੇ ਹਾਂ ਵੀ ਚਲੋ ਸੁਣੋ ਕੀ ਕਹਿੰਦੇ ਹੈ। ਉਹ ਕਹਿੰਦੇ ਬਿਕਰਮ ਸਿੰਘ ਮਜੀਠੀਆ ਨੇ ਕਾਫੀ ਪ੍ਰਬੰਧ ਕਰ ਲਿਆ। ਅੱਛਾ ਜੀ। ਪ੍ਰਿੰਟਿੰਗ ਪ੍ਰੈਸ ਦੇ ਉੱਤੇ ਕੁਝ ਮਟੀਰੀਅਲ ਕਹਿੰਦੇ ਪਿਆ ਸੀ ਵੀ ਦਵਾ ਜੀ ਇਲੈਕਸ਼ਨਾਂ ਆ ਗਈਆਂ ਤੇ ਪ੍ਰਿੰਟ ਕਰ ਦਿਓ ਤੇ ਆਪਾਂ ਲਾਉਣਾ ਕੰਧਾਂ ਤੇ ਲੋਕਾਂ 'ਚ ਤਕਸੀਮ ਕਰਨਾ। ਅੱਛਾ ਜੀ। ਕਹਿੰਦੇ ਜੀ ਹੁਕਮ ਦਿੱਤਾ ਪ੍ਰਿੰਟਿੰਗ ਪ੍ਰੈਸ ਨੂੰ ਵੀ ਨਾ ਭਾਈ ਬੰਦ ਕਰ ਦਿਓ, ਇਹ ਨਾ ਜਿਹਨੇ ਛਾਪਿਓ। ਸ਼ਾਇਦ ਕਹਿੰਦੇ ਹਲਕਾ ਬਦਲਣਾ ਪੈ ਜੇ। ਅੱਛਾ। ਜਿਹੜੀ ਆਪਾਂ ਗੱਲ ਕਹਿੰਦੇ ਸੀ ਨਾ ਹਲਕਾ ਬਦਲਣਾ ਪਊਗਾ, ਸ਼ਾਇਦ ਮੇਰਾ ਖਿਆਲ ਹੈ ਵੀ ਉਹਨੇ ਪ੍ਰੋਗਰਾਮ ਇਹ ਬਣਾ ਲਿਆ ਕਿ ਹੁਣ ਮਜੀਠੇ ਦੀ ਬਜਾਏ ਜੀ ਅੰਮ੍ਰਿਤਸਰ ਪੂਰਬੀ ਹੈ ਮੇਰਾ ਖਿਆਲ ਹੈ ਜਿਹਨੂੰ, ਜਿੱਥੇ ਸਿੱਧੂ ਸਾਹਿਬ ਹੈ ਜੀ, ਤੇ ਇਹ ਪੁਰਾਣੀ ਕੰਸਟੀਚਿਊਂਸੀ ਵੇਰਕਾ ਵੀ ਕਹਿੰਦੇ ਇਹਨੂੰ। ਕਿਸੇ ਜ਼ਮਾਨੇ ਦੇ ਵਿੱਚ ਸਤਪਾਲ ਡਾਂਗ ਵਰਗੇ ਬੰਦੇ ਇੱਥੋਂ ਜਿੱਤ ਕੇ ਆਉਂਦੇ ਰਹੇ ਮਜ਼ਦੂਰਾਂ ਦੇ ਵਿੱਚੋਂ, ਮਜ਼ਦੂਰਾਂ ਦਾ ਕੱਢ ਰਿਹਾ ਸੀ। ਅੱਛਾ। ਇਹ ਵੀ ਗੱਲ ਆ ਰਹੀ ਹੈ। ਅਗਲੀ ਗੱਲ ਕਹਿੰਦੇ ਜਿਹੜੀ ਅੰਮ੍ਰਿਤਸਰ ਵਾਲੀ ਕੋਠੀ ਹੈ ਮਜੀਠੀਆ ਸਾਹਿਬ ਦੀ ਜੀ, ਉਸ ਕੋਠੀ ਦੇ ਉੱਪਰ ਕਹਿੰਦੇ ਅੱਜ ਕੱਲ੍ਹ ਜਿਹੜੇ ਹੈਗੇ ਹੈ ਕੰਪਿਊਟਰ ਪ੍ਰਿੰਟਰ ਜਿਹੜੇ ਆਉਣੇ ਸ਼ੁਰੂ ਹੋ ਗਏ। ਉਹ ਤਾਂ ਆਦਾ ਹਾਂਜੀ ਤਿਆਰੀਆਂ ਕਹਿੰਦੇ ਪੂਰੀਆਂ, ਕੁਝ ਬੰਦੇ ਵੀ ਆਉਣੇ ਸ਼ੁਰੂ ਹੋ ਗਏ। ਉਹ ਪੁੱਛ ਰਹੇ ਸੀ ਵੀ ਗਿਆ ਕਿੱਥੇ, ਉਹ ਕਹਿੰਦੇ ਵੀ ਉਹ ਜਦੋਂ ਅੰਡਰਗਰਾਊਂਡ ਸੀ, ਅੰਡਰਗਰਾਊਂਡ ਬੈਠ ਕੇ ਯੋਜਨਾਵਾਂ ਇਹੀ ਬਣਦੀਆਂ ਸੀ ਜੀ। ਸੋ ਮੇਰਾ ਖਿਆਲ ਹੈ ਵੀ ਦਿਲਚਸਪ ਹੋਊਗਾ ਐਤਕੀ ਦਾ ਇਲੈਕਸ਼ਨ, ਕਿਉਂਕਿ ਕਿਸੇ ਪਾਸੇ ਕੇਜਰੀਵਾਲ, ਕਿਸੇ ਪਾਸੇ ਭਗਵੰਤ ਸਿੰਘ ਮਾਨ, ਸਿੱਧੂ ਸਾਹਿਬ ਜੀ, ਮਜੀਠਾ ਸਾਹਿਬ, ਸਾਬਾ ਦੇ ਸਾਹਿਬ ਹੀ ਹੋਣਗੇ। ਠੀਕ ਹੈ ਨਾ। ਪਰਜਾ ਜਿਹੜੀ ਹੈਗੀ ਹੈ, ਮਤਲਬ ਸਾਬਾ ਪਰਜਾ ਤੇ ਜਿਹੜੀ ਉਹ ਦੇਖੋ ਕੀ ਕਰਦੀ ਪਰਜਾ, ਮੇਰਾ ਖਿਆਲ ਪੁਰਜਾ ਨਾ ਜੀ। ਢਿੱਲੋਂ ਸਾਹਿਬ ਮੈਨੂੰ ਪੁਰਜਾ ਹੁੰਦੀ ਨਹੀਂ, ਐਤਕੀ ਪਰਜਾ ਗੇੜੇ ਖਵਾਊ। ਮੈਨੂੰ ਤਾਂ ਲੱਗਦੀ ਵੀ ਪਰਜਾ ਨੂੰ ਪੁਰਜੇ ਕਰਨ ਦੇ ਤਾਂ ਦੇਖੋ ਇਹਨਾਂ ਨੇ ਤਾਂ ਜੋ ਜਾਬਤਾ ਕਰ ਲਿਆ, ਪਰ ਮੇਰੀਆਂ ਜੋ ਗੱਲਾਂ ਹੁੰਦੀਆਂ ਅੱਜ ਵੀ ਸਵੇਰੇ ਆਂਢ ਗੁਆਂਢ ਮੇਰੇ 3 ਫੰਕਸ਼ਨ ਨੇ ਉੱਥੇ ਲੋਹੜੀ ਦੇ, ਤੇ ਉੱਥੇ ਵੀ ਜਿਹੜੀ ਗੱਲ ਹੋਈ ਨਾ, ਉਹ ਬੰਦੇ ਮਜ਼ਦੂਰ ਜਿਹੜੇ ਖੁੱਲ੍ਹ ਕੇ ਬੋਲਦੇ, ਉਹ ਕਹਿੰਦੇ ਪਰਜਾ ਬਤਾਏਗੀ ਪਰਜਾ ਕਿਆ ਹੋਤੀ ਹੈ। ਹੁਣ ਦੇਖੋ ਪਰਜਾ ਕੀ ਬਤਾਉਂਦੀ ਹੈ। ਕਹਿੰਦੇ ਲੱਡੂ ਕਿਸੇ ਦੇ, ਪਕੌੜੇ ਕਿਸੇ ਦੇ। ਤੁਸੀਂ ਜਿਹੜੀ ਹੈ, ਤੁਸੀਂ ਜਿੱਥੇ ਬੈਠ ਕੇ ਗਏ ਹੋ, ਤੁਸੀਂ ਜਿਹਨਾਂ ਲੋਕਾਂ ਨਾਲ ਗੱਲ ਕਰਦੇ, ਉਹ ਵਿਧਾਨ ਸਭਾ ਹਲਕਾ ਬਠਿੰਡਾ ਹੈ। ਇਹ ਹਲਕੇ ਤੇ ਵੀ ਫਰਕ ਹੈ ਨਾ ਜੀ, ਹਲਕੇ ਤੇ ਵੀ ਫਰਕ ਹੈ। ਕਿਹੜੇ ਹਲਕੇ ਤੇ ਕੀ ਹੋ ਰਿਹਾ ਹੈ ਜੀ। ਚਲੋ ਦੇਖਦੇ हैं जी। ਕਹਿੰਦਾ ਨਾਈਆ ਵਾਲ ਕਿੱਡੇ ਜੀ, ਬਸ ਕੁਰਸੀ ਤੇ ਤਾਂ ਬਿਠਾ ਲਏ ਆ ਜੀ। ਤੇ ਉਧਰ ਆਸ਼ੂ ਵਾਲਾ ਕੰਮ ਵੀ ਮੈਨੂੰ ਐਤਕੀ ਟੇਢਾ ਲੱਗਦਾ। ਉਹ ਜਿਹੜਾ ਤੁਹਾਨੂੰ ਪਤਾ ਆਸ਼ੂ ਜਿਹੜਾ ਹਰੇਕ ਨੂੰ ਡਹਿ ਜਾਂਦਾ ਕੁੱਟਣ, ਕਿਤੇ ਮਾਸਟਰੀ ਨੂੰ ਗਲਤ ਬੋਲ ਗਿਆ, ਕਿਤੇ ਪੈਸੇ ਮੰਗਣ ਵਾਲਾ ਮਾਂ ਪੁੱਤ ਢਾਹ ਲਏ ਜੀ, ਤੇ 2000 ਕਰੋੜ ਦਾ ਕਹਿੰਦੇ ਉਹਦੇ ਉੱਤੇ ਦੋਸ਼ ਵੀ ਲਾਤਾ ਬੀਜੇਪੀ ਨੇ ਵੀ ਭਾਈ ਇਹਨੇ ਹੀ ਮੋਟਰਸਾਈਕਲਾਂ ਤੇ ਸਕੂਟਰਾਂ ਤੇ ਕਹਿੰਦੇ ਕਣਕ ਢੋਤੀ ਤੇ ਝੋਨਾ ਢੋਤਾ। ਖੈਰ ਉਹ ਬੀਜੇਪੀ ਵਾਲੇ ਵੀ ਲਾਈ ਜਾਂਦੇ, ਲੇਕਿਨ ਸਭ ਤੋਂ ਵੱਡੀ ਗੱਲ ਜਿਹੜੀ ਹੈਗੀ, ਜਿਹੜਾ ਵਿਚਾਰੇ ਦਾ ਮਤਲਬ ਤੁਸੀਂ ਲੁੱਟਿਆ ਵੀ ਗਿਆ, ਪੁੱਟਿਆ ਵੀ ਗਿਆ, ਕੁੱਟਿਆ ਵੀ ਗਿਆ, ਉਹਦਾ ਜ਼ਿਕਰ ਹੀ ਨਹੀਂ ਕੀਤਾ। ਉਹ DSP ਬਲਵਿੰਦਰ ਸਿੰਘ ਬੈਂਸ। ਜਦੋਂ ਆਸ਼ੂ ਦਾ ਪੂਰਾ ਸਾਮਰਾਜ ਸਿਖਰ ਤੇ ਸੀ, ਤੇ ਸਿੱਧੂ ਸਾਹਿਬ ਉਸ ਵੇਲੇ ਮੰਤਰੀ ਸੀਗੇ, ਮੰਤਰੀ ਸੀ ਉਸੇ ਮਹਿਕਮੇ ਦੇ, ਜਿਹੜੇ ਮਹਿਕਮੇ ਦਾ ਜਿਹਦਾ ਵਿੱਚ ਉਹ DSP ਸੀ। ਉਹ DSP ਤਾਂ ਪੰਜਾਬ ਪੁਲਿਸ ਦਾ ਸੀ, ਤੇ ਲਾਇਆ ਸੀ ਵਿਜੀਲੈਂਸ ਬਿਊਰੋ, ਵਿਜੀਲੈਂਸ ਕਾਰਪੋਰੇਸ਼ਨ ਦੇ ਵਿਜੀਲੈਂਸ ਵਿੰਗ ਚ, ਲੋਕਲ ਬਾਡੀ ਦਾ ਜਿਹੜਾ ਹੈਗਾ ਵਿਜੀਲੈਂਸ ਵਿੰਗ, ਉਹਦੇ ਚ ਲਾਇਆ ਸੀ। ਟਾਸਕ ਉਹਨੂੰ ਇਹ ਦੇਤਾ ਵੀ ਮਿੱਤਰਾ ਗੱਲ ਇਹ ਹੈ ਵੀ ਜਿਹੜੇ ਕੋਈ ਆ 2 ਨੰਬਰ ਦੇ ਧੰਦੇ ਧੁੰਦੇ ਹੁੰਦੇ ਆ, ਸਾਰਾ ਤੂੰ ਇਹਦੀ ਪੜਤਾਲ ਕਰਨੀ, ਤੇ ਉਹ ਵਿਚਾਰਾ ਪੜਤਾਲ ਕਰਨ ਲੱਗ ਗਿਆ। ਉਹਨੇ ਆਸ਼ੂ ਸਾਹਿਬ ਦੇ ਜਿਹੜੇ ਸੀਗੇ ਮਿੱਤਰ, ਬਗਲ ਬੱਚੇ ਮਿੱਤਰ ਪਿਆਰੇ ਜਿਹੜੇ ਹੈਗੇ, ਜਦੋਂ ਉਹਨਾਂ ਦੀਆਂ ਫਾਈਲਾਂ ਫਰੋਲੀਆਂ ਵੀ ਕੰਮ ਗਲਤ ਹੋ ਰਿਹਾ ਹੈ, ਤੇ ਫਿਰ ਆਸ਼ੂ ਜੀ ਜਦੋਂ ਉਹਨੂੰ ਧਮਕਾਉਣ ਲੱਗੇ ਜੀ ਵੀ ਤੂੰ ਦੇਖੋ ਤੇਰੀ ਔਕਾਤ ਕੀ ਹੈ, ਤੇ ਉਹ ਸਾਰਾ ਕੁਛ ਰਿਕਾਰਡ ਹੋ ਗਿਆ ਸੀ। ਤਾਂ ਹੁਣ ਮਤਲਬ ਏਅਰ ਹੋਇਆ, ਬੋਲੀ ਜਾਂਦਾ ਸਾਰਾ ਕੁਛ, ਮਿੱਤਰਾਂ ਦਾ ਰਿਕਾਰਡ ਬੋਲਦਾ। ਮੈਨੂੰ ਵੀ ਦਾਨੇਵਾਲੀਆ ਸਾਹਿਬ ਉਸ ਬੰਦੇ ਨੂੰ ਇੱਕ ਵਾਰੀ ਮਿਲਣ ਦਾ ਮੌਕਾ ਮਿਲਿਆ ਸੀ। ਅੱਛਾ ਜੀ। ਤੁਹਾਨੂੰ ਪਤਾ ਮੈਂ ਵੀ ਕਿਸੇ ਆਪਦੇ ਕਲੇਲੇ ਜਿਹੇ ਕੰਮ ਦੇ ਵਿੱਚ ਫਸਿਆ ਵਾ ਸੀ। ਤੇ ਮੈਂ ਉੱਥੇ ਗਿਆ ਆਪਣੇ ਮਹਿਕਮੇ ਦੇ ਵਿੱਚ ਚੰਡੀਗੜ੍ਹ, ਕੁਦਰਤੀ ਕਿਸੇ ਸੱਜਣ ਮਿੱਤਰ ਦੇ ਜ਼ਰੀਏ ਵਾਕਫੀਅਤ ਤਾਂ ਪਹਿਲਾਂ ਵੀ ਸੀਗੀ, ਤੇ ਬਣੀ ਸੰਧੂ ਨਾਲ ਮੁਲਾਕਾਤ ਹੋ ਗਈ। ਅੱਛਾ ਜੀ। ਬਣੀ ਸੰਧੂ ਤੁਹਾਨੂੰ ਪਤਾ ਵੀ ਉਹ ਇਹਨਾਂ ਦੇ OSD ਹੁੰਦੇ ਸੀਗੇ ਸਿੱਧੂ ਸਾਹਿਬ ਦੇ ਜੀ, ਸਾਰਾ ਕਾਰ ਵਿਹਾਰ ਉਹੀ ਦੇਖਦੇ ਸੀਗੇ। ਉੱਥੇ ਬੈਠੇ ਤੇ ਉੱਥੇ ਬਲਵਿੰਦਰ ਸਿੰਘ ਬੈਂਸ ਆ ਗਿਆ, ਉਹਨਾਂ ਨੇ ਜਾਣ ਪਛਾਣ ਕਰਵਾਈ। ਆਪਾਂ ਕੋਈ ਪ੍ਰੋਗਰਾਮ ਵੀ ਕੀਤਾ ਸੀ, ਉਸ ਪ੍ਰੋਗਰਾਮ ਦਾ ਜ਼ਿਕਰ ਹੋਇਆ। ਬੰਦਾ ਮਤਲਬ ਮੈਨੂੰ ਲੱਗਿਆ ਵੀ ਰਜੀਰੂ ਵਾਲਾ ਬੰਦਾ ਹੈ, ਕੁਛ ਕਰੂਗਾ। ਤੇ ਬਾਅਦ ਦੇ ਵਿੱਚ ਹੋਇਆ ਜੀ ਫਿਰ ਉਹਦੇ ਨਾਲ ਵਿਚਾਰੇ ਨਾਲ ਕਿ ਉਹ ਬੰਦੇ ਨੂੰ 1 ਕਿ 2 ਦਿਨ ਪਹਿਲਾਂ ਉਹਦੀ ਰਿਟਾਇਰਮੈਂਟ ਤੋਂ ਡਿਸਮਿਸ ਕਰਤਾ ਜੀ।
ਤੇ ਉਹ ਬਹੁਤ ਅੱਗੇ ਪਿੱਛੇ ਭੱਜਿਆ ਵੀ ਕੀ ਕਰੀਏ, ਤੇ ਅੱਜ ਉਹੀ ਨਵਜੋਤ ਸਿੰਘ ਸਿੱਧੂ ਜੀ ਨੇ ਬਲਵਿੰਦਰ ਸਿੰਘ ਬੈਂਸ ਨੂੰ ਇਹ ਕੰਮ ਦਿੱਤਾ ਸੀ ਤੇ ਬੰਦੇ ਨੂੰ ਘਰੇ ਬਹਾਤਾ ਡਿਸਮਿਸ ਕਰਵਾਉਣ ਤੋਂ ਬਾਅਦ। ਜੀ ਆਸ਼ੂ ਜੀ ਦੇ ਉਹ ਪਰਮ ਮਿੱਤਰਾਂ ਦੇ ਵਿੱਚੋਂ ਇੱਕ ਹੈਗੇ। ਇੱਕ ਹੈ, ਹਾਂ। ਹੁਣ ਉਹ ਆਸ਼ੂ ਜੀ ਦੀ ਇਸ ਵੇਲੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਹੋਈ ਉਹ ਹੋਈ ਕਿ ਆਸ਼ੂ ਹੋਰਾਂ ਦੇ ਇੱਕ ਖਾਸ ਮਿੱਤਰ ਜੀ ਗੋਗੀ, ਹਾਂ, ਸ਼ਾਇਦ ਉਹਨਾਂ ਦਾ ਨਾਂ ਗੁਰਪ੍ਰੀਤ ਗੋਗੀ ਹੈ ਜੀ, ਉਹ ਬੜੇ ਲੰਬੇ ਸਮੇਂ ਤੋਂ ਮਤਲਬ ਜਿਹੜੇ ਹੈਗੇ ਜੀ ਬਣਦੇ ਆ ਰਹੇ ਹੈ ਕਾਉਂਸਲਰ, 4 ਵਾਰੀ ਕਾਉਂਸਲਰ ਰਹਿ ਚੁੱਕੇ ਹੈ, ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਵੀ ਰਹਿ ਚੁੱਕੇ ਹੈ ਜੀ। ਪਿਛਲੇ ਸਮੇਂ ਦੇ ਵਿੱਚ ਜਦੋਂ ਉਹਨਾਂ ਨੇ ਆਸ਼ੂ ਦੀ ਵਰਕਿੰਗ ਦੇ ਉੱਤੇ ਕਿੰਤੂ ਪਰੰਤੂ ਕਰਨਾ ਸ਼ੁਰੂ ਕਰਤਾ ਤੇ ਆਸ਼ੂ ਜੀ ਨੇ ਇਗਨੋਰ ਕਰਤਾ ਜੀ। ਉਹ ਰੁੱਸ ਕੇ ਘਰੇ ਬਹਿ ਗਏ ਸੀ ਤੇ ਫਿਰ ਉਹਨਾਂ ਨੂੰ ਸਮਾਲ ਸਕੇਲ ਇੰਡਸਟਰੀ ਦਾ ਚੇਅਰਮੈਨ ਵੀ ਬਣਾਤਾ ਸੀ। ਅੱਛਾ ਜੀ। ਜਿਹੜੀ ਆਸ਼ੂ ਦੀ ਚਾਲਕ ਸ਼ਕਤੀ ਹੈ, ਉਹ ਚਾਲਕ ਸ਼ਕਤੀ ਜਿਹੜੀ ਇੱਕ ਟੀਮ ਹੈ, ਟੀਮ ਆਸ਼ੂ। ਅੱਛਾ ਜੀ। ਤੇ ਅੱਜ ਕੱਲ ਤਾਂ ਟੀਮਾਂ ਹੀ ਚੱਲਦੀਆਂ। ਟੀਮਾਂ ਹੀ ਆ ਜੀ, ਹੁਣ ਪਾਰਟੀਆਂ ਦਾ ਖਤਮ ਹੈ ਜੀ, ਵਰਕਰ ਖਤਮ ਹੈ, ਟੀਮਾਂ ਹੀ ਚੱਲਦੀਆਂ। ਇਹੀ ਇੱਥੇ ਤਾਂ ਪਤਾ ਲੱਗਦਾ ਵੀ ਟੀਮਾਂ ਹੀ ਰਹਿ ਜਾਣਗੀਆਂ ਕੋਲੇ। ਹਾਂ, ਵਰਕਰ ਤਾਂ ਹੈ ਨਹੀਂ, ਵਰਕਰ ਹੀ ਛਾਲ ਚਕਾਉਣਗੇ। ਆ ਜਿਹੜੀ ਤੁਸੀਂ ਕਹਿੰਦੇ ਨਾ ਵੀ ਪਬਲਿਕ ਵਿੱਚ ਚਕਾਊਗੀ, ਪਬਲਿਕ ਦੇ ਨਾਲ ਐਤਕੀ ਵਰਕਰ ਵੀ ਚਕਾਉਣਗੇ। ਬਿਲਕੁਲ, ਹਾਂ, ਵਰਕਰ ਵੀ ਚਲਾਉਂਦੇ ਵੀ। ਜਦੋਂ ਪਾਰਟੀ ਕਾਂਗਰਸ ਪਾਰਟੀ ਦਾ ਖਤਮ ਕਰਤੀ ਤੇ ਟੀਮਾਂ ਆ ਗਈਆਂ। ਉਹ ਜਿਹੜੀ ਟੀਮ ਆਸ਼ੂ ਸੀ ਤੇ ਟੀਮ ਆਸ਼ੂ ਦੀ ਜਿਹੜੀ ਅਸਲ ਚਾਲਕ ਸ਼ਕਤੀ ਦਾ ਜਿਹੜਾ ਅਸਲ ਬੰਦਾ ਸੀ, ਉਹਦਾ ਨਾਂ ਹੈਗਾ ਜੀ ਗੁਰਪ੍ਰੀਤ ਗੋਗੀ ਜੀ। ਤੇ ਗੁਰਪ੍ਰੀਤ ਗੋਗੀ ਨੇ ਜਿਹੜਾ ਹੈਗਾ ਅਸਤੀਫਾ ਦਿੱਤਾ। ਅੱਛਾ ਜੀ। ਕਾਂਗਰਸ ਪਾਰਟੀ ਤੋਂ ਸਾਰਾ ਕੁਝ ਦੇ ਕੇ ਅਸਤੀਫਾ ਦੇਣ ਤੋਂ ਬਾਅਦ ਉਹ ਆਦਾ ਲਓ ਜੀ ਆਪਾਂ ਤਾਂ ਚੱਲੇ ਆ ਬੀਜੇਪੀ, ਇਹਨਾਂ ਨਾਲ, ਬੀਜੇਪੀ ਨਾਲ ਨਹੀਂ ਜੀ, ਹਾਂ, ਝਾੜੂ ਵਾਲਿਆਂ ਨਾਲ। ਝਾੜੂ ਚੱਕ ਲਿਆ, ਕਹਿੰਦਾ ਸਫਾਈ ਕਰਨੀ ਆ, ਗੰਦ ਬਹੁਤ ਪੈ ਗਿਆ। ਅੱਛਾ ਜੀ। ਹੁਣ ਦੂਜੇ ਪਾਸੇ ਤੁਸੀਂ ਦੇਖੋ ਵੀ ਘੇਰੇ 'ਚ ਪਹਿਲਾਂ ਹੀ ਆਸ਼ੂ ਹੋਰੀ ਬਦਨਾਮੀ ਬਹੁਤ ਹੋਈ ਹੈ। ਗੁਰਪ੍ਰੀਤ ਗੋਗੀ ਨੇ ਕਿਹਾ ਕਹਿੰਦੇ 2 ਮਹਿਕਮੇ ਹੈ ਜੀ ਬੜੇ ਸਾਡੇ ਪਾਵਰਫੁਲ ਜੀ। ਇੱਕ ਤਾਂ ਨਗਰ ਨਿਗਮ ਹੈ ਜਿਹਨੂੰ ਆਪਾਂ ਮਿਊਨਿਸਪਲ ਕਾਰਪੋਰੇਸ਼ਨ ਕਹਿ ਦਿੰਦੇ ਆ ਜੀ, ਇੱਕ ਹੈ ਇੰਪਰੂਵਮੈਂਟ ਟਰਸਟ। ਤੇ ਦੋਨਾਂ ਮਹਿਕਮੇ ਦੇ ਉੱਤੇ ਕਹਿੰਦੇ ਆਸ਼ੂ ਜੀ ਦਾ ਪੂਰਾ ਮੁਕੰਮਲ ਕੰਟਰੋਲ ਹੈ ਜੀ। ਜੋ ਮਰਜ਼ੀ ਕਰਨ, ਕਹਿੰਦੇ ਆਹੂ ਮੇਰੀ ਠਾ ਦਿੰਦੇ ਆ ਆਸ਼ੂ ਤੇ ਆਹੂ, ਕਹਿੰਦੇ ਆਏ ਜੀ ਆਹੂ ਲਾਏ ਕੇ ਸਾਰੇ ਪਾਸੇ ਰਹੀ ਕੱਖ ਨਹੀਂ। ਅੱਛਾ ਜੀ। ਕਰਪਸ਼ਨ ਦੇ ਇਲਜ਼ਾਮ ਉਸ ਬੰਦੇ ਨੇ ਬੜੇ ਲਾਏ ਹੈ। ਤੇ ਉਹ ਕਹਿੰਦਾ ਜੀ ਹੁਣ ਇਹਨਾਂ ਹਾਲਤਾਂ ਦੇ ਵਿੱਚ ਮੇਰੀ ਜ਼ਮੀਰ ਜਿਹੜੀ ਕਹਿੰਦਾ ਮਰੀ ਨਹੀਂ, ਤੇ ਨਾ ਮੈਂ ਆਪਣੀ ਜ਼ਮੀਰ ਵੇਚਣੀ ਚਾਹੁੰਦਾ ਜੀ। ਮੈਂ ਤਾਂ ਜੀ ਹੁਣ ਇਹ ਸਫਾਈ ਵਾਲੇ ਮਾਮਲੇ 'ਚ ਆ ਗਿਆ। ਇੱਕ ਤਾਂ ਜੀ ਮੈਦਾਨ ਦੇ ਵਿੱਚ ਉਹ ਆ ਗਿਆ। ਦੂਸਰੇ ਪਾਸੇ 2 ਬੰਦੇ ਹੋਰ ਹੈ ਜੀ ਜਿਹੜੇ ਆਸ਼ੂ ਹੋਰਾਂ ਨੂੰ ਘੇਰੇ 'ਚ ਲੈ ਕੇ ਆਉਣ ਵਾਲੇ ਹੈ। ਇੱਕ ਤਾਂ ਉਹਨਾਂ ਦੇ ਵਿੱਚੋਂ ਅਕਾਲੀ ਦਲ ਦੇ ਹੈਗੇ ਆ ਸੱਜਣ ਮਹੇਸ਼ਿੰਦਰ ਸਿੰਘ ਗਰੇਵਾਲ। ਹਾਂਜੀ, ਇਹ ਵਕੀਲ ਹੈ। ਮਹੇਸ਼ਿੰਦਰ ਸਿੰਘ ਵਕੀਲ ਵੀ ਹੈਗੇ, ਗਰੇਵਾਲ ਸਾਹਿਬ CPS ਵੀ ਰਹੇ, ਚੀਫ ਪਾਰਲੀਮੈਂਟਰੀ ਲੀਡਰ ਵੀ ਹੈਗੇ, MLA ਵੀ ਰਹੇ। ਪਿਛਲੀ ਵਾਰੀ CPS ਬਣੇ ਨਾ। ਹਾਂਜੀ, ਪਿਛਲੀ ਵਾਰੀ ਪਾਰਲੀਮੈਂਟ ਦੀ ਟਿਕਟ ਵੀ ਮਿਲੀ ਸੀ ਇਹਨਾਂ ਨੂੰ। ਅੱਛਾ ਜੀ। ਲੇਕਿਨ ਇਹ ਲੂਜ਼ ਕਰਕੇ ਜਿੱਤ ਨਹੀਂ ਸਕੇ। ਤੇ ਦੂਸਰੇ ਜਿਹੜੇ ਹੈਗੇ ਆ ਜੀ ਉਹ ਹੈਗੇ ਆ ਬਿਕਰਮ ਸਿੰਘ ਸਿੱਧੂ। ਬਿਕਰਮ ਸਿੰਘ ਸਿੱਧੂ ਵੀ 2020 ਦੇ ਵਿੱਚ ਹੀ ਬੀਜੇਪੀ ਸ਼ਾਮਲ ਹੋਏ। ਇਹ ਵੀ ਵਕੀਲ ਹੈ ਪੇਸ਼ੇ ਤੋਂ। 2 ਵਕੀਲ ਤੇ ਇੱਕ ਗੋਗੀ ਜੀ। ਹੁਣ ਤਿੰਨਾਂ ਦੇ ਭੇੜ 'ਚ ਆ ਗਏ। ਅੱਛਾ ਜੀ। ਗੋਗੀ ਨੇ ਇੱਕ ਗੱਲ ਕਹੀ ਹੈ, ਕਹਿੰਦਾ ਵੀ ਜੇ ਤਾਂ ਦਿੱਤੀ ਝਾੜੂ ਵਾਲਿਆਂ ਨੇ ਟਿਕਟ, ਪਾਰਟੀ ਨੇ ਟਿਕਟ ਦਿੱਤੀ ਮੱਚ ਬੈਟਰ, ਤੇ ਜੇ ਟਿਕਟ ਨਾ ਵੀ ਦਿੱਤੀ, ਜਿਹੜਾ ਵੀ ਬੰਦਾ ਪਾਰਟੀ ਨੇ ਖੜਾ ਕਰ ਦਿੱਤਾ ਤੇ ਮੈਂ ਆਸ਼ੂ ਦੇ ਫੱਟੇ ਚੱਕਣੇ ਜੀ। ਮੈਂ ਪੂਰੇ ਦਾ ਪੂਰਾ ਜੱਜ ਕੇ ਗੱਲ ਕਰਨੀ। ਤੇ ਮੈਂ ਜਿਹੜੀ ਫੀਡਬੈਕ ਲਈ ਹੈ ਲੁਧਿਆਣੇ ਤੋਂ ਲੋਕਾਂ ਨੂੰ ਪੁੱਛਿਆ, ਉਹ ਕਹਿੰਦੇ ਵੀ ਇਹਦਾ ਗੋਗੀ ਦਾ ਬੇਸ ਬਹੁਤ ਹੈ। ਅੱਛਾ ਜੀ। ਕਾਰਪੋਰੇਸ਼ਨ ਦੇ ਵਿੱਚ ਵੀ ਬੜੇ ਵੱਡੇ ਮਾਰਜਨ ਨਾਲ ਜਿੱਤਿਆ ਬੰਦਾ, ਤੇ ਇਹਦਾ ਆਪਣੇ ਇਕੱਲਾ ਆਪਦੇ ਇਲਾਕੇ ਦੇ ਵਿੱਚ ਨਹੀਂ, ਇਹਦਾ ਪਾਸੇ ਹੋਰ ਇਲਾਕਿਆਂ ਦੇ ਵਿੱਚ ਵੀ ਅਸਰ ਰਸੂਖ ਹੈ ਜੀ। ਸੋ ਕਹਿੰਦੇ ਵੀ ਇਹਨਾਂ ਦਿਨਾਂ ਦੇ ਵਿੱਚ ਉਹ ਕਹਿੰਦਾ ਨੇ ਭਵ ਸਾਗਰ ਤਰਨਾ। ਉਹ ਕਹਿੰਦੇ ਐਤਕੀ ਜਿਹੜਾ ਹੈਗਾ ਨਾ, ਜਿਹੜਾ ਆ ਲੋਕਤੰਤਰ ਵਾਲਾ ਭਵ ਸਾਗਰ ਹੈ, ਉਹ ਤਰਨਾ ਐਡਾ ਸੌਖਾ ਨਹੀਂ ਆਸ਼ੂ ਜੀ ਜਿਹੜਾ ਸਮਝਦੇ। ਤੇ ਨਾਲ ਕਿਉਂਕਿ ਦੂਜੇ ਪਾਸੇ ਆਪਾਂ ਦੇਖੀਏ ਆਸ਼ੂ ਹੋਰਾਂ ਦੇ ਮਿੱਤਰ ਪਿਆਰੇ ਆ ਜਿਹੜੇ, ਉਹਨਾਂ ਨੇ ਵੀ ਕਹਿੰਦੇ ਸੈਨਤਾਂ ਮਾਰਨੀਆਂ ਸ਼ੁਰੂ ਕਰਤੀਆਂ। ਕੱਲ ਆਪਾਂ ਗੱਲ ਕਰਦੇ ਸੀ ਕਿ ਸੀਟਾਂ 3 ਵਾਲੀ ਗੱਲ ਹੈ। ਬੀਜੇਪੀ ਨੂੰ ਵੀ ਹੋਣਾ ਵੀ ਜੇ ਚਲੋ ਸਾਡੇ ਫਰੰਟ ਦੇ ਵਿੱਚ ਰਲ ਕੇ 3 ਬੰਦੇ ਆਉਂਦੇ, ਜਾਣਗੇ ਕਿੱਧਰ ਜੇ ਕਿਉਂਕਿ ਅਗਲੇ ਕੋਲੇ ਜੇ ਤੱਕ ਸੈਂਟਰ ਹੈਗਾ ਨਾ, ਬਹੁਤ ਕੁਝ ਹੈਗਾ, ਹੈਗੀ ਹੈ, ਸਾਰਾ ਕੁਝ ਹੈ, ਵੀ ਨਾਲ ਤਾਂ ਫਿਰ ਰੱਖ ਹੀ ਲਵਾਂਗੇ। ਉਹ ਕਹਿੰਦੇ ਆ ਜੀ 15 ਤਾਰੀਖ ਤੋਂ ਬਾਅਦ ਜੀ ਸ਼ਾਇਦ ਲੁਧਿਆਣੇ ਦੇ ਵਿੱਚ ਇੱਕ ਰੈਲੀ ਹੋਣੀ ਹੈ ਤੇ ਉਹਦੇ ਅਨਾਉਂਸ ਹੋ ਜਾਏ। ਅੱਛਾ ਜੀ। ਇਹ ਮੰਨ ਗਏ ਜਿਹੜੇ ਹੈਗੇ ਸਿਮਰਜੀਤ ਸਿੰਘ ਬੈਂਸ, ਕਹਿੰਦੇ ਜੇ ਗਏ ਨਹੀਂ ਕਿਸੇ ਨਾਲ ਜੀ, ਸਾਡਾ ਅਲਾਇੰਸ ਹੋਇਆ ਨਹੀਂ ਹਾਲੇ, ਲੇਕਿਨ ਗੱਲਬਾਤ ਚੱਲ ਰਹੀ ਹੈ। ਤੇ ਜੇ ਗੱਲਬਾਤ ਚੱਲ ਰਹੀ ਹੈ ਤਾਂ ਇਹਦਾ ਮਤਲਬ ਹੈ ਵੀ ਆਸ਼ੂ ਵੀ ਖਤਰੇ ਦੇ ਵਿੱਚ ਹੈ। ਬੀਜੇਪੀ ਨੇ ਵੀ ਆਪਦੀ ਜੁਗਲਬੰਦੀ ਪੂਰੀ ਕਰ ਲਈ ਹੈ। ਤੇ ਕੇਜਰੀਵਾਲ ਵੀ ਜਦੋਂ ਆਉਂਦੇ ਆ ਲੁਧਿਆਣੇ ਨੂੰ ਹੀ ਆਉਂਦੇ। ਤੇ ਪਿਛਲੇ ਦਿਨਾਂ ਦੇ ਵਿੱਚ ਤਾਂ ਉਹਨਾਂ ਦਾ ਆਈਡੀਆ ਚੋਰੀ ਹੋ ਗਿਆ ਸੀ। ਜਦੋਂ ਉਹਨਾਂ ਨੇ ਮਿਲਣਾ ਸੀ ਆਟੋ ਰਿਕਸ਼ਾ ਵਾਲਿਆਂ ਨੂੰ, ਤੇ ਪਹਿਲਾਂ ਹੀ ਜਾ ਕੇ ਉਹਨਾਂ ਦੇ ਦਫ਼ਤਰ 'ਚ ਬਹਿ ਗਏ ਸੀਗੇ ਬੈਂਚਾਂ ਤੇ, ਲਿਆਓ ਜੀ ਚਾਹ, ਕਹਿੰਦੇ ਚੰਨੀ ਸਾਹਿਬ ਵਰਗੇ। ਤੇ ਮੈਨੂੰ ਲੱਗਦੀ ਐਤਕੀ ਜਨਤਾ ਕਈਆਂ ਨੂੰ ਚਾਹ ਪਿਆਊਗੀ।
ਕੜਾਈ ਤਾਂ ਚਾੜ ਲਈ ਚਾੜ ਲਈ ਹੈ। ਜਿਵੇਂ ਇੱਕ ਵਾਲੀ ਰੇਲ ਗੱਡੀ ਆਪਣੇ ਬਠਿੰਡੇ ਕਹਿੰਦੇ ਰੇਲ ਗੱਡੀ ਦੀ ਚੀਕ ਵੱਜ ਗਈ ਬੱਲੂਆਣਾ ਸਟੇਸ਼ਨ ਤੇ ਅਗਲੇ ਪਿੰਡ ਚਾਹ ਧਰ ਲੈਂਦੇ ਸੀ। ਉਦੋਂ ਕਿਹੜਾ ਘੜੀਆਂ ਹੁੰਦੀਆਂ ਹੁੰਦੀਆਂ ਹੁਣ ਉਹ ਜਿਹੜਾ ਚੀਕ ਵੱਜ ਗਈ ਹੈ ਸਟੇਸ਼ਨ ਇਹਦੀ ਇਲੈਕਸ਼ਨਾਂ ਦੀ ਤੇ ਲੋਕਾਂ ਨੇ ਪਤੀਲੇ ਚਾਹ ਲਏ ਝਾੜਦੇ ਆ ਜੀ। ਤੇ ਹੁਣ ਪ੍ਰਾਈਮ ਮਿਨਿਸਟਰ ਦੀ ਸਿਕਿਉਰਿਟੀ ਦੇ ਉੱਤੇ ਕੀ ਅਪਡੇਟ ਆਇਆ ਜੀ? ਦੇਖੋ, ਪਹਿਲੀ ਅਪਡੇਟ ਤਾਂ ਇਹ ਹੈ ਕਿ ਸੁਪਰੀਮ ਕੋਰਟ ਨੇ ਕੱਲ ਇੱਕ ਬਣਾਤੀ ਹੈ ਕਮੇਟੀ ਜੀ। ਕਮੇਟੀ ਅਨਾਉਂਸ ਕਰਤੀ, ਪਹਿਲਾਂ ਮੈਂਬਰ ਅਨਾਉਂਸ ਕਰਤੇ ਸੀ, ਚੇਅਰਪਰਸਨ ਨਹੀਂ ਸੀ ਲਾਏ ਤੇ ਹੁਣ ਚੇਅਰਪਰਸਨ ਵੀ ਕਹਿੰਦੇ ਲਾਤੇ ਜੀ ਇੰਦੂ ਮਲਹੋਤਰਾ ਜੀ। ਇੰਦੂ ਮਲਹੋਤਰਾ ਬੜੇ ਨਾਮਵਰ ਵਕੀਲ ਰਹੇ ਹੈ ਤੇ ਫਿਰ ਸੁਪਰੀਮ ਕੋਰਟ ਦੇ ਜੱਜ ਬਣ ਗਏ ਸੀ। ਉਹਨਾਂ ਨੂੰ ਸਾਰੀਆਂ ਕਹਿੰਦੇ ਫੈਸਿਲਿਟੀਜ਼ ਉਹੀ ਮਿਲਣਗੀਆਂ ਜੀ ਜਿਹੜੀਆਂ ਸੁਪਰੀਮ ਕੋਰਟ ਦੇ ਜੱਜ ਨੂੰ ਮਿਲਦੀਆਂ, ਭਾਵ ਉਹਨਾਂ ਦੀ ਤਨਖਾਹ ਸੁਪਰੀਮ ਕੋਰਟ ਜੱਜ ਦੇ ਬਰਾਬਰ ਹੁੰਦੀ ਜੀ। ਇਹਦੇ ਤੋਂ ਇਉਂ ਲੱਗਦਾ ਕਿ ਇਹ ਜਿਹੜੀ ਹੈਗੀ ਹੈ ਜਾਂਚ ਕਾਫੀ ਲੰਬੀ ਚੱਲਣੀ ਹੈ, ਥੋੜੀ ਨਹੀਂ ਚੱਲਣੀ, ਲੰਬੀ ਚੱਲਣੀ ਹੈ ਜਾਂਚ। ਤੇ ਨਾਲ ਦੂਜੇ ਜਿਹੜੇ ਚਲੋ ਲੁੱਤ ਲਾਏ ਆ, ਇਹਦੇ ਨਾਲ ਅੱਜ ਗੁਰਪਤਵੰਤ ਸਿੰਘ ਪੰਨੂ ਹੋਰਾਂ ਦਾ ਇੱਕ ਸੰਦੇਸ਼। ਤੁਹਾਨੂੰ ਪਤਾ ਵੀ ਗੁਰਪਤਵੰਤ ਪੰਨੂ ਹੋਰਾਂ ਨੇ ਕਈ ਟੈਲੀਫੋਨ ਹੈ, ਉਹ ਟੈਲੀਫੋਨ ਕਦੇ ਕਿਸੇ ਦੇਸ਼ ਦਾ ਹੁੰਦਾ, ਕਦੇ ਕੋਈ ਕਿਸੇ ਉਹ ਉਹਨਾਂ ਨੇ ਉਹ ਵਰਚੁਅਲ ਕਾਲਿੰਗ ਦੀ ਲਈ ਹੁੰਦੀ ਹੈ ਨਾ, ਇੰਟਰਨੈਟ ਕਾਲਿੰਗ। ਪਤਾ ਨਹੀਂ ਕਿਵੇਂ ਕਿ ਉਹ ਨੰਬਰ ਜੇ ਅਲੱਗ ਹੁੰਦੇ, ਪਤਾ ਹੀ ਨਹੀਂ ਲੱਗਦਾ ਵੀ ਕਿਹਦਾ। ਤੇ ਜਦੋਂ ਆਪਾਂ ਉਹਨੂੰ ਆਨ ਕਰਦੇ ਹਾਂ ਤੇ ਫਿਰ ਉਹਨਾਂ ਦਾ ਮਤਲਬ ਜਿਹੜਾ ਹੈਗਾ ਇੱਕ ਕਿਸਮ ਦਾ ਸੰਦੇਸ਼, ਜਿਹੜਾ ਵੌਇਸ ਸੰਦੇਸ਼ ਹੈ, ਉਹ ਮਿਲਣਾ ਸ਼ੁਰੂ ਹੋ ਜਾਂਦਾ ਹੈ। ਉਹਨਾਂ ਨੇ ਵੀ ਅੱਜ ਵੱਡਾ ਅਟੈਕ ਕੀਤਾ। ਅੱਛਾ ਜੀ। ਮਿਸਿਸ ਇੰਦੂ ਮਲਹੋਤਰਾ ਤੇ ਪੰਜਾਬੀਆਂ ਨੂੰ ਖਾਸ ਕਰਕੇ ਤੇ ਜਿਹੜੇ ਹੈਗੇ ਵਕੀਲ ਭਾਈਚਾਰਾ ਉਹਨੂੰ ਕਹਿੰਦੇ ਕੋਆਪਰੇਟ ਨਾ ਕਰਿਓ। ਅੱਛਾ ਜੀ। ਤੇ ਉਹ ਕਿਉਂਕਿ ਉਹਨਾਂ ਨੇ ਆਪਣੇ ਨੁਕਤਾ ਨਿਗਾਹ ਤੋਂ ਕਰਦੇ ਆ, ਉਹ ਰੈਫਰੈਂਡਮ ਦੀ ਗੱਲ ਵੀ ਕਰਦੇ ਆ ਆਪਦੇ, ਤੇ ਨਾਲ ਕਹਿੰਦੇ ਆ ਜੀ ਇਹ ਤਾਂ ਹਿੰਦੂ ਚਿਹਰਾ ਹੈ ਜੀ। ਵੈਸੇ ਜੱਜਾਂ ਦਾ ਅਸੀਂ ਹਿੰਦੂਆਂ ਸਿੱਖਾਂ 'ਚ ਨਹੀਂ ਵੰਡ ਸਕਦੇ, ਉਹਨਾਂ ਨੂੰ ਮੁਸਲਮਾਨਾਂ 'ਚ ਨਹੀਂ ਵੰਡ ਸਕਦੇ। ਜੱਜ ਹੁੰਦੇ ਆ, ਉਹਨਾਂ ਨੇ ਜੁਡੀਸ਼ਰੀ ਦੀ ਕਦਰ ਕਰਨੀ ਚਾਹੀਦੀ, ਉਹਨਾਂ ਨੇ ਆਪਦੇ ਉਸ ਮਾਮਲੇ ਤੇ ਕਰਨਾ। ਔਰ ਇਹਦੇ ਨਾਲ ਸਾਡਾ ਤਾਂ ਕੋਈ ਰੌਲਾ ਗੋਲਾ ਹੀ ਹੈ ਨਹੀਂ ਜੀ। ਪੰਜਾਬ ਦੇ ਪ੍ਰਸ਼ਾਸਨ ਦੀਆਂ ਕਮੀਆਂ ਪੇਸ਼ੀਆਂ, ਪ੍ਰਸ਼ਾਸਨ ਕਮੀਆਂ ਪੇਸ਼ ਕਿ ਪੰਜਾਬ ਦੇ ਲੋਕਾਂ ਦਾ ਕੋਈ ਹੈ ਨਹੀਂ ਗਾ ਮੇਰੇ ਖਿਆਲ, ਨਾ ਹੀ ਸਿੱਖ ਭਾਈਚਾਰੇ ਦੀ ਕੋਈ ਉਸ ਕਿਸਮ ਦੀ ਗੱਲ ਹੈ। ਖੈਰ ਉਹਨਾਂ ਨੇ ਆਪਦੀ ਗੱਲ ਕਰ ਲਈ, ਉਹਨਾਂ ਨੇ ਪਏ ਪ੍ਰਧਾਨ ਵਾਲੀਆਂ ਸਮਝ ਨਾਲੇ ਵੀ ਜਿਹੜੇ ਤੱਥ ਖੋਜ ਬਣ ਗਈ ਹੈ ਕਮੇਟੀ, ਇਹਨਾਂ ਨੇ ਤਾਂ ਆਪਣੀ ਰਿਪੋਰਟ ਪਤਾ ਨਹੀਂ ਕਦੋਂ ਦੇਣਗੇ, ਨਹੀਂ ਦੇਣਗੇ। ਇੱਕ ਹੋਰ ਹੋਇਆ ਹੈ ਇੰਡੀਆ ਟੂਡੇ। ਅੱਛਾ ਜੀ। ਮੈਗਜ਼ੀਨ ਹੈ, ਜਿਹੜਾ ਮੈਗਜ਼ੀਨ ਵੀ ਹੈ ਤੇ ਟੀਵੀ ਚੈਨਲ ਵੀ ਹੈ। ਇੰਡੀਆ ਟੂਡੇ ਵਾਲਿਆਂ ਨੇ ਇੱਕ ਸਟਿੰਗ ਕੀਤਾ ਹੈ ਤੇ ਸਟਿੰਗ ਉਹਨਾਂ ਨੇ ਜੀ ਐਨ ਜਮਾ ਥੱਲਿਓਂ ਕੀਤਾ ਹੈ, ਜੜ ਤੋਂ। ਹਾਂ, ਉਹ ਥਾਣੇ 'ਚ ਜਾਂਦੀ ਹੈ। ਥਾਣੇ 'ਚ ਜਿਸ ਥਾਣੇ ਦੇ ਵਿੱਚ FIR ਦਰਜ ਕੀਤੀ ਹੈ, ਉੱਥੇ ਬੀਰਬਲ ਸਿੰਘ ਲੱਗਿਆ SHO ਜੀ। ਉਹਦੇ ਨਾਲ ਉਹ ਗੱਲ ਕਰਦੇ ਆ ਜੀ ਵੀ ਜਦੋਂ ਇਹ ਕੁਛ ਹੋਇਆ ਤੇ ਤੁਸੀਂ ਕਿਉਂ ਨਹੀਂ ਕੀਤੇ? ਉਹ ਕਹਿੰਦੇ ਜ਼ਮੀਨ ਵੀ ਜੱਟਾਂ ਦੀ, ਪਿੱਠ ਵੀ ਜੱਟਾਂ ਦੀ, ਜਿੱਥੇ ਮਰਜ਼ੀ ਆਵੇਗੀ, ਅਸੀਂ ਕਿਵੇਂ ਠਾ ਦਈਏ ਉਹਨਾਂ ਨੂੰ? ਚੋਣਾਂ ਦਾ ਦੌਰ ਹੈ, ਸਾਨੂੰ ਤਾਂ ਹੱਕ ਹੀ ਹੈ ਨੀਗਾ ਵੀ ਕਿਸੇ ਤੇ ਸੋਟੀ ਚਲਾਈਏ, ਡਾਂਗ ਚਲਾਈਏ, ਗੋਲੀ ਚਲਾਈਏ, ਟੀਅਰ ਗੈਸ ਚਲਾਈਏ। ਸਰਕਾਰ ਦਾ ਹੁਕਮ ਹੀ ਨਹੀਂ ਵੀ ਇਹ ਕੁਛ ਕਰਨਾ। ਵੋਟਾਂ ਭਾਈ ਜੀ, ਵੋਟਾਂ ਦੇ ਦੌਰ ਦੇ ਵਿੱਚ ਕਿਵੇਂ ਕਰ ਲਈਏ? ਹਾਂ, ਜੇ ਕਹਿੰਦੇ ਹੁਕਮ ਹੁੰਦਾ ਫਿਰ ਤਾਂ ਉਹ ਕਹਿੰਦੇ ਫਿਰ ਹਟਾ ਦਿੰਦੇ, ਫਿਰ ਤਾਂ ਕਹਿੰਦੇ ਡਿਸਪਰਸਮੈਂਟਾਂ 'ਚ ਕਰਨ ਦੇ। ਜੇ ਸਾਨੂੰ ਡਾਂਗ ਚਲਾਉਣ ਦਾ, ਗੋਲੀ ਚਲਾਉਣ ਦਾ ਹੁਕਮ ਹੁੰਦਾ, ਇਹਦਾ ਮਤਲਬ ਸਾਨੂੰ ਕਹਿੰਦੇ ਹੁਕਮ ਹੈ ਹੀ ਨਹੀਂ ਸੀ। ਜੀ। ਲਓ ਜੀ, ਉੱਥੋਂ ਚਲੇ ਗਏ DSP ਕੋਲੇ। DSP ਕਿਹਦੇ ਕੋਲੇ ਗਏ? DSP ਇੰਟੈਲੀਜੈਂਸ, CID। ਹਾਂਜੀ, DSP ਇੰਟੈਲੀਜੈਂਸ ਦੇ ਕੋਲੇ ਜਦੋਂ ਗਏ, ਉਹਨਾਂ ਨੇ ਜਾ ਕੇ ਗੱਲ ਕੀਤੀ। DSP ਵਿਚਾਰਾ ਭਲਾ ਬੰਦਾ ਸੁਖਦੇਵ ਸਿੰਘ। ਅੱਛਾ ਜੀ। ਸੁਖਦੇਵ ਸਿੰਘ ਦਾ ਪਤਾ ਨਹੀਂ ਸੀ ਇਹ ਦੁਖਦੇਵ ਸਿੰਘ ਆ ਗਏ ਮੇਰੇ ਸਾਹਮਣੇ ਵੀ ਇਹਦਾ ਦੁੱਖ ਦੇਣ ਵਾਲੇ ਹੈ। ਉਹਨਾਂ ਕੋਲੇ ਇੱਕ ਮਿੰਟ ਆਪਦੇ ਹੁੰਦੇ, ਉਹਨੂੰ ਸੌਦਾ ਪਤਾ। ਉਹਨੇ ਜਾ ਕੇ ਜੋ ਗੱਲ ਕੀਤੀ, ਹਿੰਦੀ ਬੋਲ ਰਿਹਾ ਉਹਨਾਂ ਦਾ ਰਿਪੋਰਟਰ। ਕਹਿੰਦਾ ਵੀ ਇਹ ਸਾਹਿਬ ਕੈਸੇ ਹੈ, ਕਿਹਾ ਹੈਗਾ? ਉਹ ਕਹਿੰਦੇ ਜੀ ਗੱਲ ਇਹ ਹੈ, ਅਸੀਂ 2 ਤਾਰੀਖ ਨੂੰ ਹੀ ਇੰਫਰਮੇਸ਼ਨ ਭੇਜਤੀ ਸੀ ਬਈ ਇੱਥੇ ਬੜਾ ਕੁਛ ਹੋਣ ਵਾਲਾ ਹੈ ਜੀ। ਕੀ ਹੋਣ ਵਾਲਾ ਹੈ? ਉਹ ਕਹਿੰਦੇ ਜੀ ਗੱਲ ਇਹ ਹੈ ਕਿ ਕਿਸਾਨ ਇਹ ਚਾਹੁੰਦੇ ਹੈ ਕਿ ਅਸੀਂ BJP ਦੇ ਪੰਡਾਲ ਦੇ ਵਿੱਚ ਜਾਣਾ ਜੀ। ਪੰਡਾਲ ਦੇ ਵਿੱਚ ਜਾ ਕੇ BJP ਦੇ, ਤੇ ਅਸੀਂ ਉੱਥੇ ਜਾ ਕੇ ਨਾਰੇ ਲਾਉਣੇ, ਡਿਸਪਰਸ ਕਰਨਾ, ਜਾ ਕੇ ਨਾਰੇ ਨੂੰ ਲਾਵਾਂਗੇ। ਤੇ ਜੇ ਤੁਸੀਂ ਉਹਨਾਂ ਨੂੰ ਨਾ ਜਾਣ ਦਿਓਗੇ ਫਿਰ ਉਹ ਸੜਕਾਂ ਤੇ ਧਰਨੇ ਲਾਉਣਗੇ। ਅਸੀਂ ਕਹਿੰਦੇ ਉਹਨਾਂ ਨੂੰ ਉਸ ਵੇਲੇ ਚੌਕਸ ਕਰਤਾ ਸੀ ਵੀ ਚੌਕਸ ਰਹੋ ਜੀ। ਔਰ ਇਹ ਜਿਹੜੀਆਂ ਅਸੀਂ ਰਿਪੋਰਟਾਂ ਭੇਜੀਆਂ, ਕਹਿੰਦੇ ਰਿਪੋਰਟਾਂ ਅਸੀਂ ਭੇਜੀਆਂ ਆਪਣਾ AI ਦੀ ਇੰਟੈਲੀਜੈਂਸ 1 ਜੀ, AI ਇੰਟੈਲੀਜੈਂਸ 3 ਜੀ, ਇਹ ਚੰਡੀਗੜ੍ਹ ਹੈ। ਤੇ ਇੱਕ ਕਹਿੰਦੇ ਜਿਹੜੇ AI ਦੀ ਫਿਰੋਜ਼ਪੁਰਾ ਇੰਟੈਲੀਜੈਂਸ ਤੇ ਉਹਨਾਂ ਨੂੰ ਭੇਜੀ ਸੀ ਜੀ। 3 ਥਾਵਾਂ ਤਾਂ ਉਹਨਾਂ ਨੂੰ ਭੇਜੀ। ਫਿਰ ਕਹਿੰਦੇ ਵੀ ਜਿੱਦਣ ਇਹ ਘਟਨਾਕ੍ਰਮ ਵਾਪਰਦਾ ਹੈ, ਉਸ ਦਿਨ ਕਹਿੰਦੇ ਜਦ ਸਾਨੂੰ ਪਤਾ ਲੱਗਿਆ ਕਿ ਇਹ ਬੰਦੇ ਉਹ ਫੇਰੂਸ਼ਾਹ ਵਾਲੇ ਗ੍ਰੇਨ ਮਾਰਕੀਟ 'ਚ ਇਕੱਠੇ ਹੋਏ ਜੀ, ਅਸੀਂ ਕਹਿੰਦਾ ਦੱਸਤਾ ਇਹਨਾਂ ਨੂੰ ਵੀ BK ਪਹਿਲਾਂ ਜਿਹੜੀ ਪਹਿਲੀ ਇੰਫਰਮੇਸ਼ਨ ਦਿੱਤੀ ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੇ BKU ਫੂਲ ਜੀ ਇਹ ਹੋ ਸਕਦੇ। ਜਿੱਦਣ ਕਹਿੰਦੇ ਫਿਰ ਪ੍ਰਾਈਮ ਮਿਨਿਸਟਰ ਨੇ ਆਉਣਾ ਸੀ ਤੇ ਉਸ ਵੇਲੇ ਜੀ ਸਾਡੇ ਕੋਲ ਜਿਹੜੀ ਇੰਫਰਮੇਸ਼ਨ ਆਈ ਤੇ ਅਸੀਂ ਨਾਲ ਦੀ ਨਾਲ ਹੀ, ਉਹ ਕਹਿੰਦਾ ਮੈਂ ਪਾਸ ਕੀਤੀ ਹੈ। ਮੈਂ ਕਹਿੰਦਾ ਮੈਸੇਜ ਕੀਤਾ SSP ਫਰੀਦਕੋਟ ਨੂੰ ਜੀ, ਇਮੀਡੀਏਟ ਕੇ ਜੀ ਸ਼੍ਰੀਮਾਨ ਜੀ 200-250 ਬੰਦਾ ਇਕੱਠਾ ਹੋ ਗਿਆ ਔਰ ਉਹ ਇਕੱਠਾ ਹੋ ਕੇ ਚੱਲ ਪਿਆ। ਅੱਛਾ ਜੀ।
ਤੇ ਕਿਰਪਾ ਕਰਕੇ ਤੁਸੀਂ ਜਿਹੜੀ ਆਪਦੀ ਲੋੜੀ ਦੀ ਕਾਰਵਾਈ ਕਰਨੀ ਹੈ ਕਰ ਲਓ। ਜਿਹੜਾ ਉਹ ਚੱਲਣਾ ਹੈ ਕਹਿੰਦਾ ਮੈਂ ਦਿੱਤਾ ਟਾਈਮ ਦਿੱਤਾ ਉਹਨਾਂ ਨੂੰ ਉਹ ਟਾਈਮ ਕਹਿੰਦੇ ਜੀ ਮੈਂ ਉਹਦੇ ਤੇ ਟਾਈਮ ਵੀ ਦੇਤਾ ਸੀ ਕਿ ਉਹ ਆਹ ਟਾਈਮ ਹੈ। ਟਾਈਮ ਉਹ ਦੱਸਦਾ ਹੈ ਜੀ ਸੁਖਦੇਵ ਸਿੰਘ ਹਾਂ ਕਹਿੰਦਾ ਜੀ ਇਹ ਹੈਗਾ 12:07 ਦੇ ਉੱਤੇ ਕਹਿੰਦਾ ਮੈਂ ਮੈਸੇਜ ਕੀਤਾ ਹੈ ਜੀ ਤੇ 12:07 ਤੇ ਹੀ ਕਹਿੰਦਾ SSP ਨੇ ਉਹਨੂੰ ਸੀਨ ਕਰ ਲਿਆ, ਦੇਖ ਵੀ ਲਿਆ। ਜੇ ਉਹ ਸੀਨ ਨਾ ਕਰਦਾ ਫਿਰ ਕਹਿੰਦਾ ਮੈਂ ਟੈਲੀਫੋਨ ਤੇ ਦੱਸਣਾ ਸੀ। ਕਹਿੰਦਾ ਅਸੀਂ ਉਹਨਾਂ ਨੂੰ ਦੱਸਤਾ ਕਿ ਫਿਰੋਜ਼ਪੁਰ ਮਖੂ ਜੀ ਫਿਰੋਜ਼ਪੁਰ जीरा हरी के हेड वर्कर्स फाजिलका मोगा जी फिरोजपुर फाजिलका हाँ फाजिलका फिरोजपुर जी जिन्ने रूट है इन्हां सारे रूटां दे उत्ते ये आके बैठणगे। ये तो 2 तारीख वाली गल ची दसदा सी। फिर कहदा उदन असीं कह गए भी फैरू शाह वाले जिहड़े हैगे बैरीकेड तोड़ते उन्हां ने। अच्छा जी ਉਹ बैरीकेड तोड़ के ਤੇ ਉੱਤੇ ਧਰਨੇ ਤੇ ਬਹਿ ਗਏ ਜੀ। ਹਾਂ ਹਾਂ ਕਿਉਂਕਿ ਉਹੀ ਰੂਟ ਸੀਗਾ ਫੇਰੂ ਸ਼ਾਹ ਵਾਲਾ ਹੀ ਉਸੇ ਤੇ ਹੀ ਪ੍ਰਾਈਮ ਮਿਨਿਸਟਰ ਨੇ ਜਾਣਾ ਉੱਥੇ ਪ੍ਰਾਈਮ ਮਿਨਿਸਟਰ ਨੇ ਜਾਣਾ। ਕਹਿੰਦਾ ਜੀ ਕਿਸੇ ਨੂੰ ਉੱਤੇ ਹੀ ਨਾ ਬਚਿਆ। ਅਖੀਰ ਉਹ ਕਹਿੰਦਾ ਵੀ ਮੈਨੂੰ SSP ਫਰੀਦਕੋਟ ਦਾ SSP ਬਠਿੰਡਾ ਦਾ ਫੋਨ ਆਉਂਦਾ। ਅੱਛਾ ਜੀ SSP ਬਠਿੰਡਾ ਮਿਸਟਰ ਅਜੇ ਮਲੂਜ਼ਾ ਹਾਂ ਇਹ ਸਕਾਊਟ ਕਰਦੇ ਸੀ ਪ੍ਰਾਈਮ ਮਿਨਿਸਟਰ ਦੇ ਕਾਫਲੇ ਨੂੰ। ਇਹਨਾਂ ਦਾ ਫੋਨ ਆਉਂਦਾ ਵੀ ਸੁਖਦੇਵ ਸਿੰਘ ਠੀਕ ਆ ਰਸਤਾ ਕਲੀਅਰ ਹੈ ਕੋਈ ਜਾਮ ਵਗੈਰਾ ਤਾਂ ਨਹੀਂ। ਕਹਿੰਦਾ ਮੈਂ ਕਿਹਾ ਸਰ ਜਾਮ ਤਾਂ ਲੱਗਿਆ ਪਿਆ ਪੁਲ ਤੇ ਜੀ। ਉਹ ਕਹਿੰਦਾ ਓਹੋ ਉਹਨੇ ਸ਼ਬਦ ਵਰਤੇ ਦੱਸੇ ਹੋਏ ਰਿਪੀਟ ਕੇ ਕਹਿੰਦਾ ਉਹ ਮਰ ਗਏ। ਕਹਿੰਦਾ ਅਸੀਂ ਤਾਂ ਆ ਗਏ। ਕਹਿੰਦਾ ਪ੍ਰਾਈਮ ਮਿਨਿਸਟਰ ਸਾਹਿਬ ਦਾ ਲੈ ਕੇ ਇਹਦਾ ਮਤਲਬ ਹੈ ਵੀ SSP ਬਠਿੰਡਾ ਦੀ ਜਿਹੜੀ ਗੱਲ ਕਹਿ ਰਹੇ ਹੈ ਉਹਦੇ ਤਾਂ ਵਿਚਾਰੇ ਚਿੱਤੇ ਵੀ ਨਹੀਂ ਸੀ ਵੀ ਆਹ ਕੰਮ ਉਹ ਤਾਂ ਮਲੂਜਾ ਤਾਂ ਉਹਨੂੰ ਪੁੱਛ ਰਿਹਾ ਤੇ ਉਹ ਦੱਸ ਰਿਹਾ ਕਹਿੰਦਾ ਜੀ ਤਾਂ ਲੱਗਿਆ ਪਿਆ। ਇਹ ਚੀਜ਼ ਜਦੋਂ ਇਹਨਾਂ ਦੇ ਧਿਆਨ ਵਿੱਚ ਆ ਗਈ ਸੀ ਜਦੋਂ ਉਹਨੇ ਦੱਸਤਾ ਸੀ SSP ਫਿਰੋਜ਼ਪੁਰ ਨੂੰ ਤੇ ਉਹਨੇ ਕਿਉਂ ਨਹੀਂ ਦੱਸਿਆ। ਟੋਟਲ ਕੁੱਲ ਮਿਲਾ ਕੇ ਗੱਲ ਇਹ ਆ ਗਈ ਕਿ ਇਹ ਜਿਵੇਂ ਕਿਹਾ ਜਾ ਰਿਹਾ ਕਿ ਸੁਤੇ ਸਿੱਧ ਕਿਸਾਨ ਅੱਗੇ ਆ ਗਏ। ਹਾਂ ਹਾਂ ਕਿਸੇ ਨੂੰ ਪਤਾ ਨਹੀਂ ਲੱਗਿਆ। ਇਹ ਨਹੀਂ ਪਤਾ ਸਾਰਾ ਲੱਗਿਆ ਸੀ ਤੇ ਅਫਸੋਸ ਇਹ ਹੈ ਜੀ ਕਿ ਜਦੋਂ ਇਹ ਗੱਲ ਸਾਹਮਣੇ ਆ ਗਈ ਹੁਣ ਇਹਨਾਂ ਦਾ ਇੰਡੀਆ ਟੂਡੇ ਦਾ ਸਟਿੰਗ ਆਪਰੇਸ਼ਨ ਹੈ। ਇਸ ਸਟਿੰਗ ਆਪਰੇਸ਼ਨ ਤੋਂ ਬਾਅਦ ਬੀਜੇਪੀ ਨੇ ਫਿਰ ਪ੍ਰੈਸ ਕਾਨਫਰੰਸ ਚੜ ਗਈ ਰਾਸ਼ਨ ਲੈ ਚੜ ਕੇ ਕਹਿੰਦੇ ਆ ਦੇਖੋ ਜੀ ਤਾਂ ਸਾਰਾ ਕੁਝ ਆ ਗਿਆ। ਉਧਰੋਂ ਸੁਪਰੀਮ ਕੋਰਟ ਨੇ ਆਪਦੀ ਕਮੇਟੀ ਬਣਾਤੀ ਉਹ ਕਮੇਟੀ ਜਾਂਚ ਕਰ ਰਹੀ ਹੈ ਜੀ। ਬੀਜੇਪੀ ਪ੍ਰੈਸ ਕਾਨਫਰੰਸ ਕਰ ਰਹੀ ਹੈ ਤੇ ਕਾਂਗਰਸ ਪਾਰਟੀ ਦੀ ਪੰਜਾਬ ਕਾਂਗਰਸ ਪਾਰਟੀ ਕੀ ਹੈ ਉਹ ਕੁਰਸੀਆਂ ਗਿਣੀ ਜਾਂਦੀ ਕਹਿੰਦੇ ਜੀ 70,000 ਸੀ ਤੇ 700 ਯਾਰ ਕਿਆ ਕਮਾਲ ਹੈ। ਅਸੀਂ ਨਾ ਉਹਨਾਂ ਦੇ ਹੱਕ 'ਚ ਨਾ ਉਹਨਾਂ ਦੇ ਹੱਕ 'ਚ ਲੇਕਿਨ ਕੁਝ ਕੰਸਟੀਟਿਊਸ਼ਨਲ ਅਹੁਦੇ ਹੁੰਦੇ ਜੀ। ਪ੍ਰਾਈਮ ਮਿਨਿਸਟਰ ਚੀਫ ਮਿਨਿਸਟਰ ਇਹਨਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਕਿਹਦੀ ਹੈ ਉਹ ਪ੍ਰਸ਼ਾਸਨ ਦੀ ਹੈ ਜੀ। ਉਹਦੇ ਕੋਈ ਚੰਨੀ ਨਹੀਂ ਕੋਈ ਮੋਦੀ ਨਹੀਂ ਕੋਈ ਕੁਝ ਵੀ ਹੋ ਸਕਦਾ ਹੈ। ਉੱਥੇ ABC ਉਹ ਸਵਰਨ ਸਿੰਘ ਦਾਨੇਵਾਲੀਆ ਵੀ ਹੋ ਸਕਦਾ ਹੈ। ਇਹ ਉਹਨਾਂ ਦੀ ਜ਼ਿੰਮੇਵਾਰੀ ਹੈ ਤੇ ਜੇ ਉਹਨਾਂ ਦੀ ਜ਼ਿੰਮੇਵਾਰੀ ਦੇ ਵਿੱਚ ਅੜਕੇ ਪਾਏ ਜਾਂਦੇ ਹੈ ਜਾਂ ਉਹਨਾਂ ਨੂੰ ਪਸਤ ਹਿੰਮਤ ਕੀਤਾ ਜਾਂਦਾ ਨਿਸਲ ਕੀਤਾ ਜਾਂਦਾ ਹੈ ਜੀ ਰੀੜ ਦੀ ਹੱਡੀ ਰਹਿਤ ਕੀਤਾ ਜਾਂਦਾ ਬਿਊਰੋਕ੍ਰੇਸੀ ਨੂੰ ਚੱਲੂਗਾ ਕਿਵੇਂ। ਪਰ ਇਸ ਨੂੰ ਜੋੜ ਕੇ ਦੇਖ ਲਓ ਜੀ ਜੋ ਆ ਨੋਟੀਫਿਕੇਸ਼ਨ ਹੋ ਰਹੇ ਆ ਬਦਲੀਆਂ ਦੇ ਤੇ ਤਰੱਕੀਆਂ ਦੇ ਕਿੱਧਰ ਨੂੰ ਜਾ ਰਹੀ ਹੈ ਗੱਲ ਜੀ। ਸੋ ਬਹੁਤ ਬਹੁਤ ਸ਼ੁਕਰੀਆ ਢਿੱਲੋਂ ਸਾਹਿਬ ਤੁਹਾਡਾ। ਸੋ ਪ੍ਰੋਗਰਾਮ ਸ਼ਮਾਦਾਨ ਜਾਰੀ ਰਹੇਗਾ। ਜੁੜੇ ਰਹੋ ਰੇਡੀਓ ਪੰਜਾਬ ਟੁਡੇ ਦੇ ਨਾਲ।